ਸਭਨਾਂ ਦੀਆਂ ਹਾਜ਼ਰੀਆਂ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਨ ਕਰਦੇ ਆ ਰਹੇ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋ ਇਸ ਜਗਤ ਵਿੱਚ ਜਿੱਥੇ ਜੀਆਂ ਦਾ ਉਧਾਰ ਕਰਨ ਵਾਸਤੇ ਨਿਰੰਕਾਰ ਦੇ ਨਾਲ ਜੁੜਨ ਲਈ ਸਤਿਗੁਰੂ ਮਹਾਰਾਜ ਜੀ ਦਾ ਆਉਣਾ ਹੋਇਆ, ਉੱਥੇ ਸਤਿਗੁਰੂ ਮਹਾਰਾਜ ਜੀ ਸੇਵਾ ਔਰ ਸਿਮਰਨ ਕਰਨ ਵਾਲਿਆਂ ਨੂੰ ਬਖਸ਼ਿਸ਼ਾਂ ਦੇ ਕੇ ਵੀ ਨਿਵਾਜਦੇ ਨੇ। ਸਤਿਗੁਰੂ ਜੀ ਦੇ ਦਰ 'ਤੇ ਕੀਤੀ ਹੋਈ ਸੇਵਾ ਭਾਵੇਂ ਥੋੜ੍ਹੀ ਹੋਵੇ ਭਾਵੇਂ ਬਹੁਤੀ ਹੋਵੇ, ਜੇ ਭਾਵਨਾ ਦੇ ਨਾਲ ਕੀਤੀ ਹੈ ਸੇਵਾ, ਚਿੱਤ ਲਾ ਕੇ ਸੇਵਾ ਕੀਤੀ ਹੈ, ਜਿਹਦੇ ਵਿੱਚ ਕੋਈ ਦਿਖਾਵਾ ਨਹੀਂ, ਜਿਹਦੇ ਵਿੱਚ ਕੋਈ ਫਾਰਮੈਲਿਟੀ ਨਹੀਂ, ਉਹ ਸੇਵਾ ਨੂੰ ਫਲ ਵੀ ਲੱਗਦਾ ਹੈ ਅਤੇ ਉਹ ਸੇਵਾ ਮੇਰੇ ਮਾਲਕ ਦੇ ਚਰਨਾਂ ਵਿੱਚ ਪ੍ਰਵਾਨ ਵੀ ਹੁੰਦੀ ਹੈ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆਂ ਫਲ ਪਾਵਣਾ ਹੋਮੈ ਵਿੱਚੋਂ ਜਾਏ। ਅਤੇ ਜਦੋਂ ਸੇਵਾ ਦਾ ਫਲ ਮਿਲਦਾ ਹੈ ਉਦੋਂ ਫਿਰ ਨੇਤਰਾਂ ਦੇ ਵਿੱਚ ਨੀਰ ਭਰ ਆਉਂਦਾ ਹੈ ਕਿ ਮੇਰੇ ਮਾਲਕਾ, ਮੈਂ ਇਸ ਕਾਬਲ ਨਹੀਂ ਸੀ, ਇਸ ਯੋਗ ਨਹੀਂ ਸੀ ਜਿੰਨਾ ਤੂੰ ਫਲ ਝੋਲੀ ਵਿੱਚ ਪਾ ਦਿੱਤਾ। ਇਸੇ ਲਈ ਮਹਾਰਾਜ ਨੇ ਆਖਿਆ ਸੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਹਾਪੇ। ਇਉਂ ਘਰ ਹੈ ਜਿੱਥੇ ਸਤਿਗੁਰੂ ਮਹਾਰਾਜ ਜੀ ਸੇਵਾ ਦੀ ਭਾਵਨਾ ਨੂੰ ਵੇਖਦਿਆਂ ਹੋਇਆਂ ਐਸੀਆਂ ਬਖਸ਼ਿਸ਼ਾਂ ਵਰਤਾਉਂਦੇ ਨੇ ਕਿ ਜਿੱਥੇ ਅਸੀਂ ਸ਼ੁਕਰਾਨੇ ਵਿੱਚ ਇਹ ਕਹਿ ਸਕਦੇ ਹਾਂ ਕਿ ਮੈਂ ਇਸ ਕਾਬਲ ਨਹੀਂ ਸੀ ਪਰ ਤੁਸੀਂ ਫਿਰ ਵੀ ਬੜੀ ਰਹਿਮਤ ਵਰਤਾਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਇਲਾਕੇ ਵਿੱਚ ਗਏ ਉੱਥੇ ਇੱਕ ਬਾਲਕ ਆਪਣੇ ਖੇਤਾਂ ਦੀ ਰਖਵਾਲੀ ਕਰਦਾ ਹੈ। ਛੋਲਿਆਂ ਦੀ ਫਸਲ ਜਿਹੜੀ ਆ ਉਹ ਤਿਆਰ ਹੋਈ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾ ਕੇ ਬੈਠੇ। ਇਹਨੇ ਦੇਖਿਆ ਵੀ ਰੱਬ ਦੇ ਪਿਆਰੇ ਨੇ, ਇਹ ਫਕੀਰ ਨੇ, ਰੱਬ ਦੇ ਪਿਆਰੇ ਨੇ, ਪਰ ਇਹ ਨਹੀਂ ਸੀ ਪਤਾ ਇਹ ਆਪ ਨਿਰੰਕਾਰ ਦਾ ਰੂਪ ਨਾਨਕ ਜੀ ਨੇ। ਇਸ ਲਈ ਛੋਲਿਆਂ ਦੇ ਉਹ ਬੂਟੇ ਜਿਹੜੇ ਆ ਉਹ ਪੁੱਟ ਕੇ ਉਹਨਾਂ ਨੂੰ ਭੁੰਨ ਕੇ ਗੁਰੂ ਸਾਹਿਬ ਜੀ ਕੋਲ ਲਿਆਉਂਦਾ, ਬੜੇ ਪਿਆਰ ਦੇ ਨਾਲ ਛਕਾਇਆ। ਸ਼ਾਮ ਦਾ ਸਮਾਂ ਅਤੇ ਕੁਝ ਸਮਾਂ ਬੈਠ ਕੇ ਗੁਰੂ ਸਾਹਿਬ ਦੇ ਚਰਨਾਂ ਦੀ ਸੰਗਤ ਕੀਤੀ। ਅਤੇ ਜਦੋਂ ਉੱਠ ਕੇ ਚੱਲਣ ਲੱਗਾ ਅਤੇ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਵੀ ਪੁੱਤਰ ਜੀ ਉੱਠ ਕੇ ਕਿਉਂ ਚੱਲੇ ਹੋ? ਕਹਿਣ ਲੱਗਾ ਘਰ 'ਚ ਆ ਕੇ ਆਪ ਜੀ ਦੇ ਵਾਸਤੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਾਂ, ਕੁਝ ਖਾਣ ਪੀਣ ਦਾ ਪ੍ਰਬੰਧ ਕਰਾਂ, ਆਪ ਜੀ ਦੇ ਰਹਿਣ ਦਾ ਪ੍ਰਬੰਧ ਕਰਾਂ। ਅਤੇ ਗੁਰੂ ਸਾਹਿਬ ਜੀ ਨੇ ਮੁਸਕਰਾ ਕੇ ਆਖਿਆ ਸੀ, ਇਹ ਤੇਰਾ ਪਿਆਰ ਹੀ, ਤੇਰੇ ਅੰਦਰ ਦੀ ਭਾਵਨਾ ਹੀ ਸਾਡੇ ਵਾਸਤੇ ਆਹ ਜਿਹੜੇ ਖੇਤ ਨੇ ਇਹ ਸੁੰਦਰ ਵਿਛਾਈ ਬਣ ਗਈ, ਔਰ ਤੇਰੇ ਇਹ ਪਿਆਰ, ਤੇਰੀ ਇਹ ਭਾਵਨਾ ਦੇ ਬੋਲ ਜਿਹੜੇ ਆ ਇਹਨਾਂ ਨੇ ਸਾਨੂੰ ਰਜਾ ਦਿੱਤਾ ਹੈ। ਇਹੀ ਸਾਡੇ ਵਾਸਤੇ 36 ਪ੍ਰਕਾਰ ਦੇ ਪਕਵਾਨ ਬਣ ਗਏ। ਕੈਸੀ ਮੌਜ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਸਾਰੀ ਰਾਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠਾ ਰਿਹਾ। ਅੰਮ੍ਰਿਤ ਵੇਲਾ ਹੋਇਆ, ਜਦੋਂ ਪੋਹ ਫੁੱਟਣ ਦਾ ਸਮਾਂ ਹੋਇਆ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨਿਰੰਕਾਰ ਵਾਹਿਗੁਰੂ ਜੀ ਨੂੰ ਚੇਤੇ ਕਰ ਅੱਗੇ ਨੂੰ ਚਾਲੇ ਪਾਉਂਦੇ ਨੇ। ਅਤੇ ਜਦੋਂ ਗੁਰੂ ਸਾਹਿਬ ਮਹਾਰਾਜ ਜੀ ਅੱਗੇ ਨੂੰ ਚਾਲੇ ਪਾਉਂਦੇ ਆ ਅਤੇ ਸੁਭਾਵਿਕ ਹੈ ਇਸ ਬਾਲਕ ਨੇ ਉੱਠ ਕੇ ਆਪਣੇ ਘਰ ਜਾਣਾ, ਸਾਰੀ ਰਾਤ ਨਹੀਂ ਗਿਆ। ਅਤੇ ਜਦੋਂ ਇਹ ਉੱਠ ਕੇ ਆਪਣੇ ਘਰ ਨੂੰ ਚਾਲੇ ਪਾਏਗਾ, ਕਿਹੜੀ ਉਹ ਬਖਸ਼ਿਸ਼ ਹੈ ਔਰ ਕਿਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਆਪਣੇ ਕੋਲ ਰੱਖਿਆ ਔਰ ਇਹਦੀ ਸੇਵਾ ਨੂੰ ਕੈਸਾ ਫਲ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਲਾਇਆ, ਉਹ ਕਵੀ ਸੰਤੋਖ ਸਿੰਘ ਜੀ ਅਗਲੇਰੇ ਪ੍ਰਸੰਗ ਦੇ ਵਿੱਚ ਜ਼ਿਕਰ ਕਰਦੇ ਹਨ। ਨਗਰ ਨਿਤ ਕੋ ਸੰਤਤ ਨਾਹੀ, ਜਿਸ ਨਗਰ ਵਿੱਚ ਇਹ ਬਾਲਕ ਰਹਿੰਦਾ ਹੈ ਇਹ ਉਹ ਬੱਚਾ ਜਿਹਨੇ ਗੁਰੂ ਸਾਹਿਬ ਦੇ ਚਰਨਾਂ ਦੀ ਸੰਗਤ ਵੀ ਕੀਤੀ ਹੈ ਔਰ ਜਿਹਨੇ ਸਤਿਗੁਰੂ ਦੇ ਚਰਨਾਂ ਵਿੱਚ ਸੇਵਾ ਵੀ ਨਿਭਾਈ ਹੈ। ਹੁਣ ਇਹ ਜਿਸ ਨਗਰ ਵਿੱਚ ਰਹਿੰਦਾ ਹੈ ਉੱਥੇ ਦਾ ਰਾਜਾ, ਉਸ ਰਾਜੇ ਦੀ ਕਹਿੰਦੇ ਕੋਈ ਔਲਾਦ ਨਹੀਂ ਹੈ, ਕੋਈ ਉਹਦੇ ਘਰ ਸੰਤਾਨ ਨਹੀਂ ਹੈ। ਸੋ ਮਾਰੀ ਯੋਗ ਤਿਸੀ ਦਿਨ ਮਾਹੀ, ਹੁਣ ਇਹ ਜਿਹੜੀ ਰਾਤ ਲੰਘ ਕੇ ਗਈ ਹੈ ਇਸ ਰਾਜੇ ਦੇ ਪ੍ਰਾਣ ਨਿਕਲ ਗਏ, ਆਖਰੀ ਸਮਾਂ ਆਇਆ। ਹੁਣ ਦੇਖੋ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਨਾਰਾਇਣ ਕਲਾਂ ਤਾਰ ਜਗ ਮੈਂ ਪਰਵਰਿਓ, ਸਤਿਗੁਰੂ ਮਹਾਰਾਜ ਨੂੰ ਪਤਾ ਸੀ ਕਹਿੰਦੇ ਇੱਧਰ ਰਾਤ ਉਸ ਰਾਜੇ ਦੀ ਮੌਤ ਹੋ ਜਾਂਦੀ ਹੈ। ਬਿਨ ਨਿਰਪ ਸਰਬ ਦੇਸ਼ ਅਕੁਲਾਇਓ, ਇਹ ਰਾਜੇ ਤੋਂ ਬਿਨਾਂ ਫਿਰ ਦੇਸ਼ ਕਾਹਦਾ, ਰਾਜੇ ਤੋਂ ਬਿਨਾਂ ਪ੍ਰਜਾ ਕਾਹਦੀ। ਔਰ ਇਹ ਰਾਜਾ ਵੀ ਐਸਾ ਸੀ ਇਮਾਨਦਾਰ, ਆਪਣੀ ਪ੍ਰਜਾ ਦੇ ਪ੍ਰਤੀ ਇਮਾਨਦਾਰ ਅਤੇ ਬੜੇ ਪਿਆਰ ਵਾਲਾ ਇਹ ਰਾਜਾ ਸੀ। ਕਹਿੰਦੇ ਸਾਰੇ ਦੇ ਸਾਰੇ ਹੀ ਅਕੁਲਾਏ ਭਾਵ ਬੜੇ ਦੁਖੀ ਹੋਏ ਹਨ। ਹੋਏ ਏਕ ਠਾਂ ਮਤਾ ਪਕਾਇਓ, ਜਿੰਨੇ ਵੀ ਇਸ ਰਾਜੇ ਦੇ ਵਜ਼ੀਰ ਸਲਾਹਕਾਰ ਜਿੰਨੇ ਵੀ ਸੀ ਸਾਰੇ ਇੱਕ ਜਾਣੇ ਇਕੱਠੇ ਜਿਹੜੇ ਆ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਹਨ। ਮੰਤਰੀ ਸਭ ਸੋ ਗਿਰਾ ਉਚਾਰੀ, ਜਦੋਂ ਸਾਰੇ ਇੱਕ ਜਗ੍ਹਾ ਇਕੱਠੇ ਹੋਏ ਮਤਾ ਪਕਾਉਣ ਵਾਸਤੇ, ਕਹਿੰਦੇ ਜਿੰਨੇ ਵੀ ਮੰਤਰੀ ਨੇ ਸਾਰਿਆਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਇਸ ਤਰ੍ਹਾਂ ਆਖਣਾ ਕੀਤਾ, ਜੇ ਹਮਲੇ ਨਰਕ ਅਧਿਕਾਰੀ, ਲੱਗੇ ਸਾਡਾ ਰਾਜਾ ਜਿਹਦੇ ਅਸੀਂ ਮੰਤਰੀ ਹਾਂ ਵਜ਼ੀਰ ਹਾਂ ਉਹ ਅੱਜ ਮੌਤ ਹੋ ਗਈ, ਉਹਦੀ ਮ੍ਰਿਤਿੂ ਹੋ ਗਈ। ਹੁਣ ਇਸ ਦੇਸ਼ ਦਾ ਰਾਜਾ ਕੌਣ ਬਣੇ? ਜੇ ਅਸੀਂ ਆਪਣਾ ਦਾਵਾ ਕਰਾਂਗੇ ਤੇ ਅਸੀਂ ਨਰਕ ਦੇ ਅਧਿਕਾਰੀ ਬਣਾਂਗੇ। ਦੇਖੋ ਇਹਨਾਂ ਵਿੱਚ ਵੀ ਕਿੰਨੀ ਇਮਾਨਦਾਰੀ ਹੈ। ਇੱਥੋਂ ਹੀ ਹਿਸਾਬ ਲਾ ਲਓ ਵੀ ਜੇ ਰਾਜਾ ਇਮਾਨਦਾਰ ਹੋਏਗਾ ਤੇ ਮੰਤਰੀ ਉਹਦੇ ਆਪੇ ਹੀ ਇਮਾਨਦਾਰ ਹੋਣਗੇ, ਤੇ ਰਾਜਾ ਹੀ ਕਸਾਈ ਹੋਇਆ ਤੇ ਉਹਦੇ ਮੰਤਰੀ ਵੀ ਕਸਾਈ ਹੋਣਗੇ। ਜੇ ਰਾਜਾ ਹੀ ਬੇਈਮਾਨ ਹੋਏਗਾ ਤੇ ਉਹਦੇ ਮੰਤਰੀ ਵੀ ਜਿਹੜੇ ਆ ਬੇਈਮਾਨ ਹੀ ਹੋਣਗੇ। ਉਹਨਾਂ ਨੇ ਆਖਿਆ ਵੀ ਨਹੀਂ ਸਾਡਾ ਕੋਈ ਹੱਕ ਨਹੀਂ, ਅੱਜ ਅਸੀਂ ਕੁਰਸੀਆਂ ਪਿੱਛੇ ਲੜ ਰਹੇ ਹਾਂ, ਅੱਜ ਸਾਡੀਆਂ ਲੜਾਈਆਂ ਜਿਹੜੀਆਂ ਨੇ ਰਾਜ ਭਾਗ ਲੈਣ ਵਾਸਤੇ ਹੋ ਰਹੀਆਂ, ਕੀ ਕੁਝ ਨਹੀਂ ਹੋ ਰਿਹਾ ਸਮਾਜ ਵਿੱਚ, ਸੰਸਾਰ ਵਿੱਚ, ਦੇਸ਼ ਵਿੱਚ ਕੀ ਕੁਝ ਨਹੀਂ ਹੁੰਦਾ ਇੱਕ ਤਖਤ ਲੈਣ ਵਾਸਤੇ। ਇੱਥੋਂ ਤੱਕ ਵੀ ਇਨਸਾਨ ਜਿਹੜਾ ਉਹ ਗਿਰਨ ਵਾਸਤੇ ਆਪਣੀ ਜ਼ਮੀਰ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦਾ ਹੈ। ਪਰ ਇਹ ਮੰਤਰੀ ਕਿੰਨੇ ਵਫਾਦਾਰ ਨੇ ਆਪਣੇ ਰਾਜੇ ਦੇ ਪ੍ਰਤੀ, ਕਿੰਨੇ ਇਮਾਨਦਾਰ ਨੇ, ਇਹਨਾਂ ਦੇ ਮਨ ਵਿੱਚ ਕੋਈ ਲੋਭ ਨਹੀਂ, ਲਾਲਚ ਨਹੀਂ, ਮਨ ਵਿੱਚ ਖੋਟ ਨਹੀਂ। ਇਹਨਾਂ ਆਖਿਆ ਵੀ ਜੇ ਸਾਡੇ ਵਿੱਚੋਂ ਕੋਈ ਦਾਵਾ ਕਰੇ ਵੀ ਮੈਂ ਰਾਜੇ ਦੀ ਥਾਂ ਤੇ ਮੈਂ ਰਾਜਾ ਬਣਨਾ ਚਾਹੁੰਦਾ, ਇਹ ਗੱਦੀ ਮੈਨੂੰ ਮਿਲ ਜਾਏ, ਕਿਉਂਕਿ ਸੰਤਾਨ ਉਹਦੀ ਕੋਈ ਨਹੀਂ।
ਜੇ ਤਾਂ ਹੋਵੇ ਉਹਦੀ ਸੰਤਾਨ ਨੂੰ ਅਸੀਂ ਇਹ ਗੱਦੀ ਦੇ ਦਈਏ, ਤਖਤ ਰਾਜੇ ਦਾ ਦੇ ਦਈਏ, ਪਰ ਅਸੀਂ ਜੇ ਇਹ ਸੋਚਦੇ ਹਾਂ ਤੇ ਸਾਨੂੰ ਇਦਾਂ ਲੱਗਦਾ ਵੀ ਨਰਕ ਅਧਿਕਾਰੀ, ਨਰਕ ਦਾ ਅਰਥ ਹੈ ਦੁੱਖਾਂ ਦੇ ਭਾਗੀ ਬਣਾਂਗੇ। ਨ੍ਰਿਪ ਕੇ ਸੁਤ ਨ ਸਹੋਦਰ ਕਉ, ਕਿਉਂਕਿ ਰਾਜੇ ਦਾ ਪੁੱਤਰ ਵੀ ਕੋਈ ਨਹੀਂ ਹੈ ਤੇ ਸਹੋਦਰ ਕਹਿੰਦੇ ਆ ਭਰਾ, ਇਹਨਾਂ ਦਾ ਕੋਈ ਭਰਾ ਵੀ ਨਹੀਂ ਹੈ ਜੇ ਕੋ ਰਾਜ ਦੇ ਹਮ ਸੋ, ਕਿ ਜਿਹਨੂੰ ਅਸੀਂ ਇਹ ਰਾਜ ਦੇ ਸਕੀਏ ਵੀ ਚਲੋ ਪੁੱਤਰ ਨਹੀਂ ਤੇ ਰਾਜੇ ਦੇ ਭਰਾ ਨੂੰ ਦੇ ਦਈਏ, ਪਰ ਇਹ ਰਾਜੇ ਦਾ ਕੋਈ ਭਰਾ ਵੀ ਨਹੀਂ, ਪੁੱਤਰ ਵੀ ਨਹੀਂ, ਤੇ ਇਹ ਹੁਣ ਤਖਤ ਇਹ ਗੱਦੀ ਕਿਹਨੂੰ ਦੇਣਾ ਕਰੀਏ। ਅਬ ਕਰ ਤਾਜ ਦੇ ਹੈ ਜਾਹੀ, ਇਸ ਲਈ ਸਾਰਿਆਂ ਨੇ ਸਲਾਹ ਮਸ਼ਵਰਾ ਕਰਕੇ ਕਰਤਾਰ ਤੇ ਛੱਡ ਦਿੱਤਾ। ਕਰਤਾਰ ਦਾ ਅਰਥ ਰੱਬ ਜੀ ਤੇ ਹੁਣ ਰੱਬ ਜੀ ਤੇ ਛੱਡ ਦਿਓ ਵੀ ਇਸ ਦੇਸ਼ ਦਾ ਰਾਜਾ ਕਿਹਨੂੰ ਬਣਾਉਣਾ ਹੈ। ਇਹ ਫੈਸਲਾ ਪਰਮਾਤਮਾ ਆਪ ਵਾਹਿਗੁਰੂ ਜੀ ਆਪ ਕਰਨਗੇ। ਇਹ ਸਾਡੇ ਵਾਸਤੇ ਇੱਕ ਸਬਕ ਹੈ, ਬੜੀ ਵਾਰ ਜ਼ਿਕਰ ਕੀਤਾ, ਕੇਵਲ ਇਤਿਹਾਸ ਸੁਣਨਾ ਹੀ ਸਾਡਾ ਮਕਸਦ ਨਹੀਂ ਹੈ। ਇਹਦੇ ਵਿੱਚੋਂ ਜਿੱਥੇ ਜਿੱਥੇ ਸਾਨੂੰ ਮੈਸੇਜ ਮਿਲਦੇ ਆ ਅਸੀਂ ਉਸ ਮੈਸੇਜ ਨੂੰ ਲੈਣਾ ਹੈ। ਜਿਹੜੇ ਜਿਹੜੇ ਸਾਨੂੰ ਇਹਦੇ ਵਿੱਚੋਂ ਦੀ ਸਿੱਖਿਆਵਾਂ ਮਿਲਦੀਆਂ ਨੇ ਉਹ ਸਿੱਖਿਆਵਾਂ ਨੂੰ ਗ੍ਰਹਿਣ ਕਰਨਾ ਸਾਡਾ ਮਕਸਦ ਹੈ। ਜਿਵੇਂ ਸਾਡੇ ਕੋਲ ਦਿਹਾੜੀ 'ਚ ਪਤਾ ਨਹੀਂ ਕਿੰਨੇ ਮੈਸੇਜ ਆਉਂਦੇ ਆ, ਜਿਹੜੇ ਨਹੀਂ ਚੰਗੇ ਅਸੀਂ ਛੱਡ ਦਿੰਦੇ ਆ, ਜਿਹੜੇ ਚੰਗੇ ਆ ਉਹ ਅਸੀਂ ਪੜ੍ਹ ਲੈਂਦੇ ਆ। ਇਸੇ ਤਰ੍ਹਾਂ ਜਿਹੜੇ ਚੰਗੇ ਮੈਸੇਜ ਨੇ ਇਹਨੂੰ ਗ੍ਰਹਿਣ ਕਰਨਾ, ਅਸੀਂ ਉਹਦੇ ਤੇ ਅਮਲ ਕਰਨਾ ਹੈ। ਉਹਨਾਂ ਨੇ ਆਖਿਆ ਵੀ ਦੇਖੋ ਜਦੋਂ ਸਾਡੇ ਵੀ ਜੀਵਨ ਵਿੱਚ ਕੋਈ ਐਸੀ ਮੁਸ਼ਕਲ ਬਣ ਆਵੇ, ਜਦੋਂ ਕੋਈ ਰਾਹ ਨਾ ਨਿਕਲਦਾ ਹੋਵੇ, ਤੇ ਫਿਰ ਪਰਮਾਤਮਾ ਤੇ ਛੱਡ ਦਿਓ, ਫਿਰ ਵਾਹਿਗੁਰੂ ਤੇ ਭਰੋਸਾ ਰੱਖੋ ਵੀ ਜੋ ਸਮਾਂ ਪਾ ਕੇ ਹੋਏਗਾ ਉਹ ਵਾਹਿਗੁਰੂ ਜੀ ਨੂੰ ਜੋ ਮਨਜ਼ੂਰ ਹੋਏਗਾ ਉਹ ਸਾਨੂੰ ਕਬੂਲ ਹੈ। ਤੇ ਜੇ ਅਸੀਂ ਵਾਹਿਗੁਰੂ ਤੇ ਭਰੋਸਾ ਨਹੀਂ ਰੱਖਾਂਗੇ ਫਿਰ ਅਸੀਂ ਪਰੇਸ਼ਾਨ ਹੋਵਾਂਗੇ, ਦੁਖੀ ਹੋਵਾਂਗੇ, ਚਿੰਤਤ ਹੋਵਾਂਗੇ, ਆਪਸ ਵਿੱਚ ਲੜਦੇ ਰਵਾਂਗੇ। ਤੇ ਜੇ ਭਰੋਸਾ ਮਾਲਕ ਤੇ ਹੈ ਫਿਰ ਡੋਰੀ ਉਹਦੇ ਤੇ ਛੱਡ ਦਿਓ, ਫਿਰ ਫੈਸਲਾ ਜੋ ਮਾਲਕ ਦਾ ਹੋਏਗਾ ਉਹਨੂੰ ਅਸੀਂ ਕਬੂਲ ਕਰ ਲਈਏ। ਇਹ ਸਾਰੇ ਦੇਸ਼ ਵਾਲੇ ਜਿਹੜੇ ਮੰਤਰੀ, ਵਜ਼ੀਰ, ਅਹਿਲਕਾਰ, ਸਲਾਹਕਾਰ ਸਾਰਿਆਂ ਨੇ ਆਖਿਆ ਵੀ ਮਾਲਕ ਤੇ ਭਰੋਸਾ ਰੱਖੋ ਤੇ ਇੱਕ ਵਿਧ ਐਸੀ ਬਣਾਓ ਕਿ ਜਿਹਦੇ ਨਾਲ ਜੋ ਹੋਏਗਾ ਉਹ ਸਾਨੂੰ ਮਨਜ਼ੂਰ ਹੈ। ਸਰਬ ਬਿਠਾਰੋ ਮਿਲ ਕਰ ਤਾਹੀ, ਸਾਰਿਆਂ ਨੂੰ ਕਹਿੰਦੇ ਫਿਰ ਇਸ ਤਰ੍ਹਾਂ ਆਪਸ ਵਿੱਚ ਬੈਠ ਕੇ ਸਲਾਹ ਕੀਤੀ ਹੈ। ਤ੍ਰੈ ਦਰ ਨਗਰ ਬੰਦ ਕਰਵਾਇਆ, ਇਸ ਨਗਰ ਦੇ 3 ਦਰਵਾਜ਼ੇ ਨੇ ਤੇ ਤਿੰਨੇ ਦਰਵਾਜ਼ੇ ਉਹਨਾਂ ਨੇ ਬੰਦ ਕਰਵਾ ਦਿੱਤੇ। ਕੋਲ ਇੱਕ ਦਰ ਸਭ ਮਿਲ ਜਾਏ, ਕਹਿੰਦੇ ਜਦੋਂ ਵੀ ਭੋਰ ਹੋਵੇ, ਭਾਵ ਪੋਹ ਫੁੱਟਣ ਦਾ ਸਮਾਂ ਹੋਵੇ, ਉਸੇ ਵੇਲੇ ਇੱਕ ਦਰਵਾਜ਼ਾ ਜਿਹੜਾ ਉਹ ਖੋਲ੍ਹਿਆ ਜਾਵੇ। ਇਕਾਗਰਤਾ ਬਣਾਓ, ਸਤਿਗੁਰੂ ਮਹਾਰਾਜ ਕਿਰਪਾ ਕਰਨ, ਧਿਆਨ ਇਤਿਹਾਸ ਦੇ ਵੱਲ ਰੱਖੀਏ ਆਪਾਂ। ਕਹਿੰਦੇ ਨੇ 3 ਦਰਵਾਜ਼ੇ ਨੇ, ਤਿੰਨੇ ਬੰਦ ਕਰ ਦਿਓ। ਇਹ ਰਾਤ ਦੀ ਗੱਲ ਹੈ, ਉਹ ਸਮਾਂ ਜਦੋਂ ਉਹ ਬਾਲਕ ਇਸ ਨਗਰ ਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੈਠਾ ਹੈ। ਇਹ ਵੀ ਧਿਆਨ ਰੱਖਿਓ, ਆਪਾਂ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਹਾਂ। ਇੰਨੀ ਕੁ ਭਾਵਨਾ ਨਾਲ ਜੁੜ ਕੇ ਬੈਠੋ ਕਿ ਬਾਹਰ ਉੱਠਦੇ ਹਾਂ ਜਦੋਂ ਜਾਈਏ ਪਤਾ ਨਹੀਂ ਕਿਹੜੀ ਕਿਰਪਾ ਵਰਤ ਜਾਏ, ਕਿਹੜੀ ਬਖਸ਼ਿਸ਼ ਸਾਡੇ ਜੀਵਨ ਵਿੱਚ ਵਰਤ ਜਾਏ। ਪਰ ਇਹ ਸਾਡੀ ਭਾਵਨਾ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਕਿੰਨੀ ਕੁ ਭਾਵਨਾ ਰੱਖ ਕੇ ਗੁਰੂ ਸਾਹਿਬ ਦੇ ਪ੍ਰਤੀ ਬੈਠੇ ਹਾਂ। ਕਹਿੰਦੇ ਉਹ ਬਾਲਕ ਰਾਤ ਗੁਰੂ ਸਾਹਿਬ ਦੇ ਚਰਨਾਂ 'ਚ, ਔਰ ਉਧਰ ਰਾਤ ਜਿਹੜਾ ਦੇਸ਼ ਵਾਸੀਆਂ ਨੇ ਫੈਸਲਾ ਲੈ ਲਿਆ ਵੀ ਜਦੋਂ ਭੋਰ ਦਾ ਅੰਮ੍ਰਿਤ ਵੇਲਾ ਪੋਹ ਫੁੱਟਣ ਦਾ ਸਮਾਂ ਹੋਵੇ, ਇੱਕ ਦਰਵਾਜ਼ਾ ਖੋਲੋ ਤੇ ਜਿਹੜਾ ਪਹਿਲਾਂ ਇਸ ਦਰਵਾਜ਼ੇ ਤੇ ਆਵੇ ਉਹਨੂੰ ਅਸੀਂ ਨਗਰ ਦਾ ਰਾਜਾ ਬਣਾ ਦੇਣਾ। ਉਧਰੋਂ ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠ ਕੇ ਚੱਲੇ ਪਏ। ਇਹ ਬਾਲਕ ਕਹਿੰਦੇ ਉੱਠ ਕੇ ਆਪਣੇ ਘਰ ਨੂੰ ਆਉਂਦਾ ਹੈ। ਇੱਧਰ ਇਹਨਾਂ ਨੇ ਰਾਤ ਹੀ ਫੈਸਲਾ ਕੀਤਾ ਸੀ, ਹੋਰ ਭਾਈ ਜੋ ਮਿਲੇ ਅਗਾਰੀ, ਹੋਰ ਅੰਮ੍ਰਿਤ ਵੇਲਾ ਹੁੰਦਿਆਂ ਪੋਹ ਫੁੱਟਣ ਦੇ ਸਮੇਂ ਵਿੱਚ ਹੀ ਜਿਹੜਾ ਪਹਿਲਾਂ ਸਾਨੂੰ ਮਿਲ ਜਾਵੇਗਾ ਤੇ ਕੋ ਦੇਵੈ ਤਖਤ ਬਿਠਾਰੀ, ਉਹਨੂੰ ਅਸੀਂ ਰਾਜੇ ਦੀ ਗੱਦੀ ਤੇ ਬਿਠਾ ਕੇ ਰਾਜਾ ਬਣਾ ਦੇਵਾਂਗੇ। ਮਾਨੀ ਸਭ ਨੇ ਕਹਿ ਜਿਸ ਪੰਥੀ, ਸਾਰਿਆਂ ਨੇ ਇਹ ਗੱਲ ਮੰਨ ਲਈ। ਦੇਖੋ ਜਦੋਂ ਸਾਰੇ ਗੱਲ ਮੰਨ ਲੈਣ ਝਗੜਾ ਉੱਥੇ ਵੀ ਖਤਮ ਹੋ ਜਾਂਦਾ ਹੈ, ਪਰ ਗੱਲ ਸਾਰੇ ਇੱਕ ਗੱਲ ਹੋਵੇ ਸਾਰੇ ਮੰਨਣ ਨੂੰ ਤਿਆਰ ਨਹੀਂ ਹੁੰਦੇ। ਜਿੱਥੇ ਕੋਈ ਤਰਕ ਜਾਂ ਸ਼ੰਕਾ ਕਰਨ ਵਾਲਾ ਹੋਵੇ ਉੱਥੇ ਵੀ ਵਾਦ ਵਿਵਾਦ। ਪਰ ਇੱਥੇ ਕਮਾਲ ਦੀ ਗੱਲ, ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤਾ। ਸਾਰਿਆਂ ਨੇ ਆਖਿਆ ਵੀ ਜੋ ਫੈਸਲਾ ਲਿਆ ਬਿਲਕੁਲ ਠੀਕ ਹੈ। ਰਹਿਓ ਖੇਤ ਪਰ ਬਾਲ ਕਰਾਤੀ, ਜਿਹੜਾ ਬਾਲਕ ਖੇਤ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਰਾਤ ਰਿਹਾ, ਭਈ ਪੋਰੇ ਕਰ ਆਵਨ ਅਲਾਗਾ, ਜਦੋਂ ਹੀ ਇਹ ਪੋਹ ਫੁੱਟਣ ਦੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਆਪਣੇ ਰਾਹ, ਇਹ ਆਪਣੇ ਘਰ ਵੱਲ ਨੂੰ ਤੁਰਿਆ ਹੈ। ਸਭ ਹਿਨ ਮਿਲਤ ਪਇਓ ਵੱਡ ਭਾਗਾ, ਵੱਡ ਭਾਗਾ। ਪਿਛਲੇ ਸਮੇਂ 'ਚ ਬੇਨਤੀ ਕੀਤੀ ਆ ਵੀ ਜਦੋਂ ਗੁਰੂ ਘਰ ਤੋਂ ਕੋਈ ਜਾਏ, ਕੋਈ ਮਿਲਦਾ ਰਸਤੇ ਵਿੱਚ, ਅਸੀਂ ਕਹਿੰਦੇ ਹਾਂ ਗੁਰੂ ਘਰ ਤੋਂ ਆਏ ਹਾਂ ਜਾਂ ਆਇਆ ਹੈ, ਅਸੀਂ ਕਹਿੰਦੇ ਹਾਂ ਤੂੰ ਭਾਗਾਂ ਵਾਲਾ ਹੈ। ਤੇ ਜੇ ਕੋਈ ਕਿਸੇ ਪੈਲਸ ਵਿੱਚੋਂ, ਮਾਲ ਵਿੱਚੋਂ, ਬਾਜ਼ਾਰ ਵਿੱਚੋਂ ਆਵੇ ਤੇ ਉਹ ਕਵੇ ਵੀ ਮੈਂ ਬਾਜ਼ਾਰ 'ਚੋਂ, ਪੈਲਸ 'ਚੋਂ, ਮਾਲ 'ਚੋਂ ਆਇਆ, ਅਸੀਂ ਉਹਨੂੰ ਥੋੜੀ ਕਵਾਂਗੇ ਤੂੰ ਭਾਗਾਂ ਵਾਲਾ ਹੈ। ਜਿਹੜਾ ਗੁਰੂ ਚਰਨਾਂ ਵਿੱਚ ਸੰਗਤ ਕਰਕੇ ਆਇਆ ਉਹਨੂੰ ਕਹਿੰਦੇ ਆ ਅਸੀਂ ਭਾਗਾਂ ਵਾਲਾ ਹੈ। ਇਹ ਵੱਡ ਭਾਗਾ ਸੀ। ਕਹਿੰਦੇ ਆਇਆ ਆਉਂਦਿਆਂ ਸਾਰ ਪਹਿਲਾਂ ਜਿਹੜਾ ਦਰਵਾਜ਼ਾ ਜਦੋਂ ਖੁੱਲਿਆ ਤੇ ਸਾਹਮਣੇ ਇਹ ਬਾਲਕ, ਕਹਿੰਦੇ ਨੇ ਬਾਲਕ ਮਿਲਿਆ। ਉਹਨਾਂ ਨੇ ਇਹ ਨਹੀਂ ਵੇਖਿਆ ਵੀ ਇਹ ਬਾਲਕ ਹੈ, ਬਸ ਮਾਲਕ ਤੇ ਭਰੋਸਾ ਰੱਖਿਆ, ਵਾਹਿਗੁਰੂ ਤੇ ਡੋਰ ਛੱਡ ਦਿੱਤੀ। ਕਹਿੰਦੇ ਜਦੋਂ ਇਹ ਆਇਆ ਸਭਨ ਮਿਲਤ ਭਇਓ ਵੱਡ ਭਾਗਾ, ਇਹ ਵੱਡੇ ਭਾਗਾਂ ਵਾਲਾ ਬਾਲਕ ਹੈ, ਸਾਰਿਆਂ ਨੂੰ ਕਹਿੰਦੇ ਮਿਲਿਆ ਹੈ। ਲੇਤੇ ਕੋ ਇਸ਼ਨਾਨ ਕਰਾਇਓ, ਕਹਿਣ ਲੱਗੇ ਵੀ ਸਾਰਿਆਂ ਨੇ ਕੀ ਕੀਤਾ, ਸਾਰਿਆਂ ਨੇ ਆਖਿਆ ਵੀ ਇਦਾਂ ਕਰੋ, ਇਸ ਬਾਲਕ ਦਾ ਇਸ਼ਨਾਨ ਕਰਵਾਉਣਾ ਕਰੋ। ਰਾਜ ਸਰਬ ਕੇ ਤਖਤ ਬਿਠਾਇਓ, ਉਸੇ ਵੇਲੇ ਕਹਿੰਦੇ ਉਹਨੂੰ ਇਸ਼ਨਾਨ ਜਿਹੜਾ ਉਹ ਕਰਵਾ ਕੇ ਔਰ ਉਹਨੂੰ ਬਸਤਰ ਜਿਹੜੇ ਨੇ ਪਹਿਨਾ ਕੇ ਉਸ ਰਾਜੇ ਦੀ ਗੱਦੀ ਦੇ ਉੱਤੇ ਬਿਠਾ ਦਿੱਤਾ ਹੈ। ਇਸ ਹੁਣ ਬਾਲਕ ਨੂੰ ਵੀ ਨਹੀਂ ਸੀ ਪਤਾ ਵੀ ਮੈਂ ਜਦੋਂ ਆਪਣੇ ਘਰ ਨੂੰ ਤੁਰਿਆ ਤੇ ਘਰ ਜਾਂਦੇ ਆ ਸਾਰ ਮੈਨੂੰ ਇਸ ਦੇਸ਼ ਦਾ, ਨਗਰ ਦਾ ਰਾਜਾ ਬਣਾ ਦਿੱਤਾ ਜਾਏਗਾ। ਕਹਿੰਦੇ ਉਸ ਰਾਜੇ ਦੇ ਤਖਤ ਤੇ ਬਿਠਾ ਦਿੱਤਾ, ਗੁਰ ਕੋ ਬਚਨ ਪਾਏ ਸੋ ਬਾਲਕ, ਕਿਉਂਕਿ ਇਹ ਗੁਰੂ ਸਾਹਿਬ ਦਾ ਬਚਨ ਸੀ। ਮਹਾਰਾਜ ਨੇ ਆਖਿਆ ਬਾਲਕ ਨੂੰ, ਇਸ ਬੱਚੇ ਨੂੰ ਆਖਿਆ ਸੀ ਪੁੱਤਰ ਤੈਨੂੰ ਮਾਲਕ ਨੇ ਬਾਦਸ਼ਾਹੀਆਂ, ਪਾਤਸ਼ਾਹੀਆਂ ਬਖਸ਼ਣੀਆਂ ਨੇ, ਤੇ ਉਹ ਗੁਰੂ ਸਾਹਿਬ ਦਾ ਬਚਨ ਸੱਚ ਹੋਇਆ। ਪਾਤਸ਼ਾਹ ਹੋਇਓ ਤਤਕਾਲਿਕ, ਤਤਕਾਲ ਕਿੰਨਾ ਕੁ ਸਮਾਂ ਲੱਗਾ। ਸਾਰੀ ਰਾਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੇਵਾ ਕੀਤੀ ਹੈ, ਸਵੇਰ ਹੁੰਦਿਆਂ ਸਾਰ ਤਖਤ ਮਿਲ ਗਿਆ। ਕਿੰਨਾ ਕੁ ਸਮਾਂ ਮਿਲਿਆ। ਕਹਿੰਦੇ ਇਹ ਭਾਵਨਾ ਨਾਲ ਜੁੜ ਕੇ ਵੇਖੋ, ਪਾਤਸ਼ਾਹ ਹੋਇਓ ਤਤਕਾਲ, ਤਤਕਾਲ ਥੋੜੇ ਸਮੇਂ ਵਿੱਚ ਹੀ, ਉਸੇ ਵੇਲੇ ਹੀ ਇੰਨੀਆਂ ਵੱਡੀਆਂ ਬਖਸ਼ਿਸ਼ਾਂ ਮਿਲ ਗਈਆਂ। ਅਸੀਂ ਕਹਿੰਦੇ ਹਾਂ ਸੇਵਾ ਬੜੀ ਕਰਦੇ ਹਾਂ, ਮਿਲਦਾ ਕੁਛ ਨਹੀਂ। ਅਸੀਂ ਕਹਿੰਦੇ ਹਾਂ ਵੀ ਸਿਮਰਨ ਬੜਾ ਕਰਦੇ ਹਾਂ, ਅਸਰ ਕੋਈ ਨਹੀਂ ਹੁੰਦਾ। ਬਾਣੀ ਬੜੀ ਪੜ੍ਹਦੇ ਹਾਂ, ਮਿਲਦਾ ਕੁਛ ਨਹੀਂ ਹੈ। ਸਾਡੇ ਬਾਣੀ ਪੜ੍ਹਨ, ਸਾਡੀ ਸੇਵਾ ਕਰਨ ਦੇ ਵਿੱਚ ਫਰਕ ਹੈ। ਅਸੀਂ ਆਪਣੇ ਅੰਦਰ ਦੇ ਹਉਮੈ ਨੂੰ ਕੱਢ ਕੇ, ਆਪਣੇ ਅੰਦਰ ਦੀ ਮੈਂ ਨੂੰ ਖਤਮ ਕਰਕੇ, ਪਿਆਰ ਨਾਲ, ਭਾਵਨਾ ਨਾਲ ਭਿੱਜ ਕੇ ਜੁੜ ਕੇ ਵੇਖੀਏ ਤੇ ਮੇਰੇ ਸਤਿਗੁਰੂ ਪਾਤਸ਼ਾਹ ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹਿਣ ਦਿੰਦੇ। ਅੰਮ੍ਰਿਤ ਬਾਣੀ ਵਿੱਚ ਬਚਨ ਨੇ ਭਗਤ ਸਾਹਿਬਾਨ ਦੇ ਕਿ ਜਿਹੜੀ ਬਖਸ਼ਿਸ਼ ਮੇਰੇ ਮਾਲਕ ਨੇ ਕਰਨੀ ਆ ਕੋਈ ਨਹੀਂ ਦੁਨੀਆ ਵਿੱਚ ਕਰ ਸਕਦਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੈ ਛਤਰ ਤਰੈ। ਜੇ ਉਹ ਚਾਹੇ ਇੱਕ ਗਰੀਬ ਦੇ ਸਿਰ ਤੇ ਛਤਰ ਵੀ ਚਲਾ ਸਕਦਾ ਹੈ, ਜੇ ਉਹ ਚਾਹੇ ਤੇ ਇੱਕ ਦੇ ਸਿਰ ਤੋਂ ਛਤਰ ਹਟਾ ਕੇ ਤੇ ਉਹਨੂੰ ਗਰੀਬ ਦੀ ਅਵਸਥਾ ਵਿੱਚ ਲਿਆ ਸਕਦਾ ਹੈ। ਕਿਉਂਕਿ ਮੇਰਾ ਮਾਲਕ ਪਲ ਵਿੱਚ ਖੇਡ ਬਦਲਣ ਵਾਲਾ ਹੈ। ਉਹ ਭਿਖਾਰੀ ਤੋਂ ਰਾਜਾ ਤੇ ਰਾਜੇ ਤੋਂ ਭਿਖਾਰੀ ਕਰਨ ਵਾਲਾ, ਉਹ ਖਾਲੀ ਥਾਵਾਂ ਨੂੰ ਭਰਨ ਵਾਲਾ ਤੇ ਭਰਿਆਂ ਨੂੰ ਖਾਲੀ ਕਰਨ ਵਾਲਾ ਹੈ। ਇਸ ਲਈ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੈ ਛਤਰ ਤਰੈ। ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਡਰੈ। ਨੀਚੇ ਹੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਉਹ ਨੀਚਿਆਂ ਨੂੰ ਉੱਚਾ ਕਰਨ ਲੱਗਿਆਂ ਡਰਦਾ ਨਹੀਂ ਕਿ ਫਲਾਣਾ ਕੀ ਆਖੇਗਾ।
ਫਲਾਣਾ ਕੀ ਆਖੇਗਾ, ਫਲਾਣਾ ਕੀ ਆਖੇਗਾ, ਨਹੀਂ, ਉਹ ਬਿਨਾਂ ਕਿਸੇ ਭੈ ਦੇ, ਕਿਉਂਕਿ ਉਹ ਨਿਰਭਉ ਤੇ ਨਿਰਵੈਰ ਹੈ। ਸੇਵਾ ਨੂੰ ਫਲ ਲਾਉਂਦਿਆਂ ਮੇਰੇ ਮਾਲਕ ਨੇ ਨੀਚਾਂ ਊਚ ਕਰੇ ਮੇਰੇ ਗੋਬਿੰਦ ਦੀ ਅਵਸਥਾ ਰੱਖਣ ਵਾਲੇ ਆ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂ ਕੁੰਟ ਮੰਨੈ। ਜਾਂ ਫਿਰ ਮੇਰੇ ਸਤਿਗੁਰੂ ਦਾ ਸੁਭਾਅ ਹੈ ਕਿ ਹੰਕਾਰੀਆਂ ਤੇ ਬਖਸ਼ਿਸ਼ ਨਹੀਂ ਹੁੰਦੀ, ਹਮੇਸ਼ਾ ਪਿਆਰ ਤੇ ਨਿਮਰਤਾ ਵਾਲਿਆਂ ਵਿੱਚ ਤੇ ਬਖਸ਼ਿਸ਼ ਹੁੰਦੀ ਹੈ। ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ। ਗਰੀਬ ਦਾ ਅਰਥ ਹੈ ਅੰਦਰ ਨਿਮਰਤਾ ਵਾਲੀ ਭਾਵਨਾ ਹੋਵੇ, ਅੰਦਰ ਹੰਕਾਰ ਜਾਂ ਦਿਖਾਵਾ ਨਾ ਹੋਵੇ। ਕਹਿੰਦੇ ਨੇ ਐਸੇ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਤਤਕਾਲ ਵਿੱਚ ਪੂਰੇ ਹੋਏ। ਇਹ ਬਾਲਕ ਜਿਹਨੇ ਸਾਰੀ ਰਾਤ ਗੁਰੂ ਸਾਹਿਬ ਦੇ ਚਰਨਾਂ 'ਚ ਸੇਵਾ ਨਿਭਾਈ ਤੇ ਸਵੇਰੇ ਦਿਨ ਚੜ੍ਹਦਿਆਂ ਨਗਰ ਦਾ ਬਾਦਸ਼ਾਹ ਬਣ ਗਿਆ। ਇਸ ਪ੍ਰਕਾਰ ਭਾਤਾ ਹੈ ਪ੍ਰਸੰਗਾ, ਕਵੀ ਜੀ ਕਹਿੰਦੇ ਨੇ ਆਹ ਪ੍ਰਸੰਗ ਇਸ ਪ੍ਰਕਾਰ ਹੋਇਆ ਹੈ। ਅਬ ਗੁਰ ਕਯੋ ਕਥਾ ਉਮੰਗਾ। ਇਸ ਤਰ੍ਹਾਂ ਬਾਲਕ ਨੂੰ ਨਿਵਾਜ ਕੇ ਖੁਸ਼ੀਆਂ ਦੇ ਕੇ ਪਾਤਸ਼ਾਹੀਆਂ ਦੇ ਕੇ ਮਹਾਰਾਜ ਜੀ ਅੱਗੇ ਨੂੰ ਚੱਲੇ ਪਏ ਆ। ਹੁਣ ਅੱਗੇ ਨੂੰ ਕਿਸ ਪਾਸੇ ਨੂੰ ਗੁਰੂ ਸਾਹਿਬ ਜੀ ਜਾ ਰਹੇ ਨੇ ਉਹ ਪ੍ਰਸੰਗ ਕਵੀ ਜੀ ਕਹਿੰਦੇ ਸੁਣਨਾ ਕਰੋ। ਮਗ ਮੈਂ ਗਮਨੇ ਜਾਹੇ ਅਗਾਰੀ। ਮਗ ਦਾ ਅਰਥ ਹੁੰਦਾ ਰਸਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਸਾਥੀਆਂ ਦੇ ਸਮੇਤ ਰਸਤੇ ਤੇ ਤੁਰ ਰਹੇ ਹਨ। ਸਨਮੁਖ ਮਿਲਿਓ ਏਕ ਵਪਾਰੀ। ਚਲਦੇ ਚਲਦੇ ਗੁਰੂ ਸਾਹਿਬ ਜੀ ਚੱਲ ਰਹੇ ਨੇ। ਚਲਦੇ ਚਲਦੇ ਅੱਗੋਂ ਦੀ ਇੱਕ ਵਪਾਰੀ ਜਿਹੜਾ ਕਹਿੰਦੇ ਮਿਲਿਆ ਹੈ। ਤੇ ਸੋ ਸ੍ਰੀ ਗੁਰੂ ਗਿਰਾ ਉਚਾਰੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਇਸ ਵਪਾਰੀ ਨੂੰ ਮਿਲੇ ਨੇ ਤੇ ਸਤਿਗੁਰੂ ਮਹਾਰਾਜ ਨੇ ਇਹ ਬਚਨ ਉਚਾਰੇ ਹਨ। ਕਹਾਂ ਬਾਧਿਓ ਹੈ ਤੋਹੇ ਪਿਸ਼ਾਰੀ। ਇਹਨੇ ਇੱਕ ਬੜੀ ਵੱਡੀ ਕਹਿੰਦੇ ਨੇ ਪੋਟਲੀ ਦੀ ਬੰਨੀ ਹੋਈ ਪੰਡ, ਕਹਿ ਲੋ ਕਿ ਇਹਨੇ ਬੜੀ ਭਾਰੀ ਪੰਡ ਇਹਨੇ ਚੁੱਕੀ ਹੋਈ ਤੇ ਮੋਢਿਆਂ ਤੇ। ਪੁਰਾਤਨ ਸਮੇਂ ਵਿੱਚ ਇਸੇ ਤਰ੍ਹਾਂ ਹੀ ਤੁਰ ਫਿਰ ਕੇ ਫੇਰੀ ਲਾ ਕੇ ਹੀ ਵਪਾਰ ਹੁੰਦਾ ਸੀ। ਜਿਵੇਂ ਜਿਵੇਂ ਸਮਾਂ ਬਦਲ ਗਿਆ ਵਪਾਰੀ ਜਿਹੜੇ ਆ ਉਹਨਾਂ ਦਾ ਤੌਰ ਤਰੀਕਾ ਵੀ ਬਦਲ ਗਿਆ। ਪਰ ਉਸ ਸਮੇਂ ਬੜੀ ਭਾਰੀ ਪੰਡ, ਉਹਦੇ ਵਿੱਚ ਵਪਾਰ ਵਾਲਾ ਸਾਰਾ ਸਮਾਨ ਜਿਹੜਾ ਵੇਚਣ ਵਾਲਾ ਫੇਰੀ ਲਾ ਕੇ ਸਮਾਨ ਵੇਚਣਾ। ਕਹਿੰਦੇ ਗੁਰੂ ਸਾਹਿਬ ਮਹਾਰਾਜ ਨੇ ਪੁੱਛਿਆ ਕਿ ਆਹ ਜਿਹੜੀ ਤੂੰ ਪੰਡ ਚੁੱਕੀ ਫਿਰਦਾ ਹੈ ਇਸ ਪੰਡ ਦੇ ਵਿੱਚ ਕੀ ਬੰਨਿਆ ਹੈ। ਸੁਨਤ ਵਪਾਰੀ ਬਚਨ ਉਚਾਰਾ। ਉਸ ਵਪਾਰੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣ ਕੇ ਆਖਣਾ ਕੀਤਾ। ਲੋਨ ਤੂਲ ਤੇ ਲੰਗ ਵਿਵਹਾਰਾ। ਕਹਿਣ ਲੱਗਾ ਮਹਾਰਾਜ ਜੀਓ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਤੇਲ ਹੈ, ਇਹਦੇ ਵਿੱਚ ਲੂਣ ਹੈ, ਇਹਦੇ ਵਿੱਚ ਹੋਰ 2-4 ਸਮੱਗਰੀਆਂ ਜਿਹੜੀਆਂ ਨੇ ਉਹ ਨੇ। ਤੂਲ ਕਹਿੰਦੇ ਰੂਈ, ਇਹਦੇ ਵਿੱਚ ਰੂਈ ਹੈ, ਤੇਲ ਹੈ, ਘਿਓ ਹੈ, ਨਮਕ ਹੈ, ਇਹ ਤਾਂ ਆਦਿਕ ਸਮੱਗਰੀਆਂ ਹਨ। ਹੇਤ ਜੀਵ ਕਾ ਗ੍ਰਾਮ ਨ ਫਿਰਹੀ। ਮੈਂ ਆਪਣੀ ਜੀਵਿਕਾ ਵਾਸਤੇ ਭਾਵ ਆਪਣੇ ਪਰਿਵਾਰ ਬੱਚਿਆਂ ਨੂੰ ਪਾਲਣ ਵਾਸਤੇ ਇਹ ਮੈਂ ਫੇਰੀ ਲਾ ਕੇ ਸੌਦਾ ਵੇਚਦਾ। ਆਵਾਜ਼ਾਂ ਦੇ ਕੇ ਵੀ ਭਾਈ ਤੇਲ ਲੈ ਲਓ, ਰੂਈ ਕਿਸੇ ਨੂੰ ਚਾਹੀਦੀ ਉਹ ਲੈ ਲਓ, ਘਿਓ ਲੈ ਲਓ, ਨਮਕ ਲੈ ਲਓ। ਮੈਂ ਫੇਰੀ ਲਾ ਕੇ ਆਵਾਜ਼ਾਂ ਦੇ ਕੇ ਇਹ ਸੌਦਾ ਵੇਚਦਾ ਹਾਂ। ਕਰ ਕੈ ਬਨਜ ਲਾਭ ਅਨੁਸਾਰ ਤੇ ਹੀ। ਜੋ ਮੈਨੂੰ ਵਣਜ ਕਰਕੇ, ਜੋ ਵਪਾਰ ਕਰਕੇ ਸੌਦਾ ਵੇਚ ਕੇ ਮੈਨੂੰ ਮੁਨਾਫਾ ਹੁੰਦਾ ਹੈ ਉਹਦੇ ਨਾਲ ਮੈਂ ਆਪ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹਾਂ। ਇਹ ਗਤ ਦੇਨ ਗੁਰੂ ਤਬ ਬੋਲੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਦਾ ਭਲਾ ਕਰਨ ਵਾਸਤੇ ਇਹਦੇ ਤੇ ਕਿਰਪਾ ਰਹਿਮਤ, ਇਹ ਨਹੀਂ ਕਿ ਇਹ ਤੇਲ ਵੇਚਦਾ, ਘਿਓ ਵੇਚਦਾ, ਨਮਕ ਵੇਚਦਾ ਤਾਂ ਇਹਦੇ ਤੇ ਨਹੀਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਹਦੇ ਤੇ ਕਿਰਪਾ ਇਹਦੀ ਗਤੀ ਕਰਨ ਵਾਸਤੇ ਬੋਲੇ ਹਨ। ਹਮੇ ਦਿਖਾਓ ਗਠਰੀ ਖੋਲੇ। ਸਤਿਗੁਰੂ ਮਹਾਰਾਜ ਕਹਿੰਦੇ ਇਦਾਂ ਕਰ ਇਹ ਪੰਡ ਮੋਢੇ ਤੋਂ ਉਤਾਰ ਕੇ ਰੱਖ ਤੇ ਇਹਦੀ ਗੰਢ ਖੋਲ ਤੇ ਸਾਨੂੰ ਦਿਖਾ ਤੇਰੇ ਕੋਲ ਕੀ ਕੀ ਹੈ। ਸੁਣ ਕੰਦੇ ਤੇ ਤਾਹੇ ਉਤਾਰੀ। ਅਸਲ ਦੇ ਵਿੱਚ ਕੁਝ ਗੱਲਾਂ ਨਾ ਰਮਜ਼ ਵਾਲੀਆਂ ਹੁੰਦੀਆਂ ਨੇ। ਜਦੋਂ ਉਸ ਰਮਜ਼ ਨੂੰ ਤੁਸੀਂ ਸਮਝ ਲਓਗੇ ਤਾਂ ਗੱਲ ਕਲੀਅਰ ਹੋਣੀ ਹੈ ਵੀ ਵਿੱਚੋਂ ਆਹ ਕਹਾਣੀ ਸੀ। ਗੱਲ ਗੁਰੂ ਸਾਹਿਬ ਮਹਾਰਾਜ ਨੇ ਪੰਡ ਵਿੱਚੋਂ ਕੀ ਲੈਣਾ। ਗੁਰੂ ਸਾਹਿਬ ਤਾਂ ਉਹਦਾ ਜਿਹੜਾ ਭਾਰ ਸੀ ਉਹ ਉਤਾਰਨਾ ਚਾਹੁੰਦੇ ਸਨ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਮਾਤਾ ਜੀ ਆਉਂਦੇ ਆ ਪ੍ਰਸ਼ਾਦਾ ਲੈ ਕੇ ਤੇ ਸਿਰ ਦੇ ਉੱਤੇ ਉਹ ਪ੍ਰਸ਼ਾਦਾ ਜਿਹੜਾ ਜਿਸ ਬਸਤਰ ਵਿੱਚ ਲਪੇਟਿਆ ਹੋਇਆ ਤੇ ਉਹ ਸਿਰ ਦੇ ਉੱਤੇ ਤੇ ਨਾਲ ਲੱਸੀ ਮਾਤਾ ਜੀ ਦੇ ਕੋਲ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਦੂਰੋਂ ਆਉਂਦਿਆਂ ਆਖਿਆ ਸੀ ਵੀ ਜਾਓ ਮਾਤਾ ਜੀ ਦੇ ਸਿਰ ਉਤੋਂ ਭਾਰ ਲਾ ਲਿਓ। ਹੁਣ 4 ਪ੍ਰਸ਼ਾਦਿਆਂ ਦਾ ਕਿਹੜਾ ਭਾਰ ਹੁੰਦਾ ਹੈ। ਉਹ ਭਾਰ ਇੱਕ ਅੰਦਰ ਦੀ ਇੱਕ ਚਿੰਤਾ ਸੀ ਜਿਹੜੀ ਉਹ ਅੰਦਰ ਦੀ ਉਸ ਅਵਸਥਾ ਨੂੰ ਹੌਲਾ ਕਰਨਾ ਸੀ। ਇਸ ਲਈ ਉਹ ਰਮਜ਼ ਵਾਲੇ ਬਚਨ ਸੀ ਜਿਹੜੇ ਜਿਨ੍ਹਾਂ ਨੂੰ ਸਮਝ ਆਏ ਉਹਨਾਂ ਨੇ ਸੀਸ ਝੁਕਾ ਕੇ ਆਖਿਆ ਧੰਨ ਬਾਬਾ ਬੁੱਢਾ ਸਾਹਿਬ। ਕੁਝ ਬਹੁਤ ਨੇ ਐਸੀਆਂ ਰਮਜ਼ ਵਾਲੀਆਂ ਬਾਤਾਂ। ਇਹ ਵੀ ਇੱਕ ਰਮਜ਼ ਸੀ। ਗੁਰੂ ਸਾਹਿਬ ਮਹਾਰਾਜ ਕੇਵਲ ਇਹਦੇ ਮੋਢੇ ਤੋਂ ਆ ਪੰਡ ਦਾ ਭਾਰ ਨਹੀਂ ਸੀ ਲਾਉਣਾ ਚਾਹੁੰਦੇ, ਇਹਦੇ ਅੰਦਰ ਦਾ ਭਾਰ ਜਿਹੜਾ ਸੀ ਨਾ ਉਹ ਉਤਾਰਨਾ ਚਾਹੁੰਦੇ ਸੀ। ਕਿਉਂਕਿ ਕਬੀਰ ਸਾਹਿਬ ਨੇ ਆਖਿਆ ਕਬੀਰ ਬੇੜਾ ਜ਼ਰਜ਼ਰਾ ਫੁੱਟੇ ਸ਼ੇਖ ਹਜ਼ਾਰ ਹਰੂਏ ਹਰੂਏ ਤਿਰ ਗਏ ਡੁੱਬੇ ਜਿਨ ਸਿਰਫ ਹੁਣੇ ਥੋੜੀ ਵੀ ਜਿਹਦੀ ਦੇਹ ਭਾਰੀ ਆ ਉਹ ਡੁੱਬ ਗਿਆ ਤੇ ਜਿਹੜਾ ਸਰੀਰ ਹਲਕਾ ਉਹ ਤਰ ਜਾਏਗਾ। ਨਹੀਂ, ਗੱਲ ਤਾਂ ਸਰੀਰ ਦੀ ਹੈ ਹੀ ਨਹੀਂ ਇਹਦੇ ਵਿੱਚ। ਇਹਦੇ ਵਿੱਚ ਤਾਂ ਗੱਲ ਇਹ ਹੈ ਕਿ ਜਿਹਦੇ ਅੰਦਰ ਅਵਗੁਣਾਂ ਦਾ ਭਾਰ ਪਿਆ ਉਹ ਡੁੱਬ ਗਏ ਨੇ ਤੇ ਜਿਨ੍ਹਾਂ ਨੇ ਆਪਣੇ ਅੰਦਰੋਂ ਅਵਗੁਣ ਕੱਢ ਲਏ ਉਹ ਹੌਲੇ ਹੋ ਕੇ ਤਰ ਗਏ ਨੇ। ਜਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਵੀ ਬੜੀਆਂ ਐਸੀਆਂ ਰਮਜ਼ ਵਾਲੀਆਂ ਬਾਤਾਂ ਨੇ। ਇੱਕ ਭਾਈ ਪੱਲਾ ਜੀ ਹੋਏ ਨੇ, ਮਾਤਾ ਜੀ ਨੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ ਇੱਕ ਜਾਗ ਅੰਦਰ ਲਾ ਦਿੱਤਾ ਤੇ ਆਖਿਆ ਤੂੰ ਗੁਰੂ ਗੁਰੂ ਜਪੀ ਚੱਲ, ਇੱਕ ਦਿਨ ਤੈਨੂੰ ਗੁਰੂ ਦਾ ਦਰਸ਼ਨ ਜ਼ਰੂਰ ਹੋਏਗਾ। ਇਹਦੇ ਪੱਲੇ ਨਾਲ ਨਾ ਮਾਤਾ ਜੀ ਨੇ ਗੁੜ ਦੀ ਰੋੜੀ ਜਿਹੜੀ ਸੀ ਉਹ ਬੰਨ੍ਹ ਦਿੱਤੀ ਵੀ ਪੁੱਤਰ ਜਦੋਂ ਗੁਰੂ ਸਾਹਿਬ ਦਾ ਦਰਸ਼ਨ ਕਰੀ ਤੇ ਭੇਟਾ ਵਜੋਂ ਆ ਰੱਖਦੀ ਅੱਗੇ। ਉਹ ਗੰਢ ਬੰਨ੍ਹ ਦਿੱਤੀ। ਕਿੰਨਾ ਚਿਰ ਹੋ ਗਿਆ ਪੱਲੇ ਨਾਲ ਗੁੜ ਦੀ ਰੋੜੀ ਬੰਨੀ ਹੋਈ ਸੀ। ਇੱਕ ਦਿਨ ਗੁਰੂ ਸਾਹਿਬ ਜੀ ਨੇ ਦੀਦਾਰ ਦਿੱਤੇ ਤੇ ਜਦੋਂ ਗੁਰੂ ਸਾਹਿਬ ਨੇ ਦੀਦਾਰ ਦਿੱਤੇ ਇਹਨੂੰ ਮਾਤਾ ਜੀ ਦੇ ਬਚਨ ਚੇਤੇ ਆਏ। ਇਹ ਕਾਲੀ ਕਾਲੀ ਨਾਲ ਪੰਡ ਜਿਹੜੀ ਬੰਨੀ ਸੀ ਗੰਢ ਨੂੰ। ਕਈ ਬੰਦੇ ਆਪਣੇ ਆਪ ਨੂੰ ਸਮਝਦੇ ਆ ਵੀ ਮੈਂ ਆਹ ਕੁਛ ਹਾਂ, ਮੈਂ ਆਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਇੱਕ ਉਹ ਆ ਕਹਿੰਦਾ ਮਹਾਰਾਜ ਜੀ ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਾਕਾਂ ਜਿਉਂ ਭਾਵੈ ਤੇ ਮੈਂ ਬਖਸ਼, ਸਾਡੇ ਵਿੱਚ ਕੋਈ ਜ਼ੋਰ ਨਹੀਂ ਹੈ। ਤੇ ਕਈ ਕਹਿੰਦੇ ਆ ਸਾਡੇ 'ਚ ਜ਼ੋਰ ਹੀ ਇੰਨਾ ਹੈ, ਅਸੀਂ ਆਪਣੇ ਜ਼ੋਰ ਦੇ ਬਲ ਨਾਲ ਤਾਕਤ ਨਾਲ ਕੁਝ ਵੀ ਕਰਵਾ ਸਕਦੇ ਹਾਂ। ਪਰ ਇੱਕ ਕਹਿੰਦਾ ਮੇਰੇ 'ਚ ਹੈ ਹੀ ਕੁਛ ਨਹੀਂ, ਕਬੀਰ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ। ਸਾਹਿਬ ਜੀ ਕਹਿੰਦੇ ਆਹ ਜਿਹੜਾ ਤਾਂ ਛੋਟਾ ਵੱਟਾ ਆਪਣੇ ਆਪ ਨੂੰ ਪਾਉ ਅਖਾਉਂਦਾ ਹੈ ਇਹ ਧਨਤਾ ਦੇ ਯੋਗ ਹੈ। ਜਿਨ ਆਪਣੋ ਲਗ ਨਾਮ ਤਰਾਉ। ਜਿਹਨੇ ਆਪਣਾ ਨਾਮ ਸ਼ੇਰ ਨਹੀਂ ਤਰਾਇਆ। ਇਹ ਨਹੀਂ ਅਖਾਉਂਦਾ ਵੀ ਮੈਂ 5 ਸ਼ੇਰ ਦਾ, ਮੈਂ 2 ਸ਼ੇਰ ਦਾ, ਮੈਂ 1 ਸ਼ੇਰ ਦਾ, ਨਹੀਂ। ਜਿਹਨੇ ਆਪਣਾ ਨਾਮ ਲਘੂ, ਲਘੂ ਦਾ ਅਰਥ ਹੁੰਦਾ ਛੋਟਾ, ਸਭ ਤੋਂ ਛੋਟਾ ਇਹਨੇ ਆਪਣਾ ਨਾਮ ਰਖਾਇਆ ਹੈ। ਪੂਜਨ ਯੋਗ ਇਹੀ ਹਮ ਜਾਨਾ। ਸਾਹਿਬ ਕਹਿੰਦੇ ਅਸਲ 'ਚ ਸਾਰਿਆਂ ਨਾਲੋਂ ਪੂਜਨ ਯੋਗ ਇਹੀ ਹੈ। ਗੱਲ ਨੂੰ ਸਮਝ ਕੇ ਚੱਲਿਓ। ਜਿਹੜਾ ਕਹਿੰਦਾ ਨਾ ਮੈਂ ਬਹੁਤ ਉੱਚਾ ਹਾਂ, ਬੜਾ ਉੱਚਾ ਹਾਂ, ਮੈਂ ਮੇਰੇ ਕੋਲ ਬੜੀ ਤਾਕਤ ਹੈ, ਬੜੀ ਪਾਵਰ ਹੈ, ਮਹਾਰਾਜ ਕਹਿੰਦੇ ਤੂੰ ਇਸ ਦਰ ਤੇ ਪ੍ਰਵਾਨ ਨਹੀਂ ਹੋ ਸਕਦਾ। ਜਿਹੜਾ ਕਹਿੰਦਾ ਵੀ ਮੇਰੇ ਅੰਦਰ ਕੁਛ ਵੀ ਨਹੀਂ, ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ, ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ, ਉਹਦੇ ਉੱਤੇ ਫਿਰ ਮਾਲਕ ਦੀ ਕਿਰਪਾ ਹੁੰਦੀ ਹੈ। ਅਸੀਂ ਇੱਥੇ ਆ ਕੇ ਮੈਂ ਮੇਰੀ ਨੂੰ ਛੱਡਣਾ ਹੈ। ਅਸੀਂ ਇੱਥੇ ਆ ਕੇ ਤੂੰ ਹੀ ਤੂੰ ਦਾ ਰਸ ਪੀਣਾ ਹੈ। ਅਸੀਂ ਇੱਥੇ ਹੋਮੇ ਦਾ ਰਸ ਨਹੀਂ ਪੀਣਾ। ਇੱਥੇ ਤੇ ਅਸੀਂ ਅੰਦਰ ਦੀ ਹੋਮੇ ਨੂੰ ਮਾਰਨ ਵਾਸਤੇ ਆਏ ਹਾਂ। ਕਿਉਂਕਿ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਇੱਥੇ ਪਿਆਰ ਵਾਲਿਆਂ ਨੂੰ ਗੱਲ ਲਾਇਆ ਜਾਂਦਾ, ਇੱਥੇ ਹੰਕਾਰ ਵਾਲਿਆਂ ਨੂੰ ਨਹੀਂ। ਜਬ ਇਹ ਜਾਣੈ ਮੈਂ ਕਿਛ ਕਰਤਾ, ਆ ਜਿਹੜੇ ਸ਼ੇਰ ਖਾਉਂਦਾ ਹੁੰਦੇ ਆ, ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਤੇ ਮਹਾਰਾਜ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਸ਼ਲੋਕ ਵਿੱਚ ਜ਼ਿਕਰ ਕੀਤਾ ਸੁਖੀ ਕੌਣ ਹੈ ਤੇ ਦੁਖੀ ਕੌਣ ਹੈ। ਸਾਹਿਬ ਕਹਿੰਦੇ ਜਿਹੜੇ ਆਪਣੇ ਆਪ ਨੂੰ ਸ਼ੇਰ ਕਹਾਉਂਦੇ ਆ ਨਾ, ਅਸਲ ਵਿੱਚ ਇਹ ਦੁਖੀ ਨੇ।
ਤੇ ਜਿਹੜੇ ਆਪਣੇ ਆਪ ਦੀ ਆਪਣੀ ਜਿਹੜੀ ਹੋਮੇ ਨੂੰ ਖਤਮ ਕਰਕੇ ਆਪਣੇ ਆਪ ਨੂੰ ਕਹਿੰਦੇ ਅਸੀਂ ਤੇ ਇਸ ਮਾਲਕ ਦੇ ਚਰਨਾਂ ਦੇ ਸੇਵਕ ਹਾਂ, ਕਹਿੰਦੇ ਨੇ ਉਹ ਸੁਖੀ ਰਹਿੰਦੇ ਨੇ। ਸੁਖੀ ਵਸੈ ਮਸਕੀਨੀਆਂ ਨਿਮਰਤਾ ਤੇ ਪਿਆਰ ਵਾਲੇ, ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਉਹ ਆਪਣੇ ਹੰਕਾਰ ਵਿੱਚ ਹੀ ਦੁਖੀ ਹੋ ਕੇ ਗਲ ਜਾਂਦੇ ਨੇ। ਅਨੰਤ ਬਚਨ ਨੇ ਗੁਰਬਾਣੀ ਦੇ ਅੰਦਰ ਸਾਹਿਬ ਜੀ ਕਹਿੰਦੇ, ਜਿਹੜੀ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਜਿਹੜੀ ਇੱਕ ਕੀੜੀ ਨੇ ਕੰਮ ਕਰਨਾ ਉਹ ਐਡਾ ਵੱਡਾ ਹਾਥੀ ਨਹੀਂ ਕਰ ਸਕਦਾ। ਹਾਲਾਂਕਿ ਹਾਥੀ ਆਪਣੇ ਆਪ ਨੂੰ ਸ਼ੇਰ ਕਹਾਉਂਦਾ ਹੈ ਵੀ ਮੈਂ ਐਡਾ ਵੱਡਾ ਸ਼ੇਰ ਦਾ ਅਰਥ ਹੈ ਪਾਵਰਫੁਲ, ਉਹ ਆਪਣੇ ਆਪ ਨੂੰ ਤਾਕਤਵਰ ਅਖਾਉਂਦਾ ਹੈ। ਪਰ ਜੇ ਕਿਤੇ ਰੇਤ ਵਿੱਚੋਂ ਖੰਡ ਦੇ ਦਾਣੇ ਚੁਗਣੇ ਹੋਣ ਤੇ ਫਿਰ ਹਾਥੀ ਤੋਂ ਥੋੜੀ ਚੁਗੇ ਜਾਣੇ ਆ। ਉਹ ਨਿੱਕੀ ਜਿਹੀ ਕੀੜੀ ਆਉਂਦੀ ਆ ਕੇ ਇੱਕ ਦਾਣਾ ਰੇਤ ਵਿੱਚੋਂ ਖੰਡ ਦੇ ਦਾਣੇ ਚੁਗ ਕੇ ਲੈ ਜਾਂਦੀ ਆ। ਇਹਦਾ ਮਤਲਬ ਜ਼ਰੂਰੀ ਨਹੀਂ ਕਿ ਅਸੀਂ ਸਾਡੇ ਕੋਲ ਸੰਸਾਰੀ ਮਾਇਆਵੀ ਪਦਾਰਥਾਂ ਕਰਕੇ ਪਾਵਰ ਹੈ। ਤੇ ਸਾਹਿਬ ਕਹਿੰਦੇ ਨਹੀਂ, ਅੰਦਰ ਨਿਮਰਤਾ ਹੀ ਕੰਮ ਆਉਣੀ ਹੈ। ਜੇ ਰੁੱਖ ਦੀ ਗੱਲ ਕੀਤੀ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਜਿਹੜੇ ਨੀਵੇਂ ਰਹਿ ਜਾਂਦੇ ਨੇ, ਹੁਣ ਚੰਦਨ ਕਿੰਨਾ ਛੋਟਾ ਹੈ, 52 ਗਿੱਠਾਂ ਉਹ ਮੰਨਿਆ ਗਿਆ ਵੀ 52 ਗਿੱਠਾਂ, ਇਹਨੂੰ 52 ਚੰਦਨ ਇਸੇ ਲਈ ਕਹਿੰਦੇ ਆ ਵੀ 52 ਗਿੱਠਾਂ ਆਕਾਰ ਹੈ ਚੰਦਨ ਦਾ, ਪਰ ਉਹਦੇ ਵਿੱਚ ਦੇਖੋ ਗੁਣ ਕਿੰਨੇ ਕਮਾਲ ਦੇ ਨੇ। ਉਸ ਚੰਦਨ ਵਿੱਚ ਖੁਸ਼ਬੂ ਹੈ, ਉਸ ਚੰਦਨ ਵਿੱਚ ਠੰਡਕ ਹੈ ਜਿਹੜੀ ਆਮ ਰੁੱਖਾਂ ਦੇ ਵਿੱਚ ਨਹੀਂ, ਬੂਟਿਆਂ ਦੇ ਵਿੱਚ ਨਹੀਂ, ਕਿਉਂਕਿ ਉਹ ਨੀਵਾਂ ਰਹਿ ਗਿਆ। ਅਕਸਰ ਕਹਿੰਦੇ ਆ ਵੀ ਜਿਹੜੇ ਰੁੱਖ ਨੀਵੇਂ ਨੇ ਉਹਨਾਂ ਨੂੰ ਫਲ ਵੀ ਮਿੱਠੇ ਲੱਗਦੇ ਆ। ਨਹੀਂ ਤਾਂ ਸਿੰਬਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਕਹਿੰਦੇ ਸਿੰਬਲ ਦਾ ਰੁੱਖ ਜਿੰਨਾ ਉੱਚਾ ਹੁੰਦਾ ਹੈ ਉਨਾ ਹੀ ਫਿੱਕਾ ਹੋ ਜਾਂਦਾ ਹੈ, ਬੱਕ-ਬਕਾ ਹੋ ਜਾਂਦਾ ਹੈ। ਉਹ ਬੰਦਿਆਂ ਦੇ ਤੱਕ ਹੀ ਪੰਛੀਆਂ ਦੇ ਕੰਮ ਵੀ ਨਹੀਂ ਆਉਂਦਾ, ਜਿਹੜਾ ਅੰਦਰ ਹੰਕਾਰ ਦੇ ਨਾਲ ਭਰ ਗਿਆ। ਇਸ ਲਈ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਆ, ਕਹਿੰਦੇ ਇਹ ਜਿਹੜਾ ਆਪਣੇ ਅੰਦਰ ਦੀ ਹੋਮੇ ਨੂੰ ਮੈਂ ਨੂੰ ਖਤਮ ਕਰਕੇ ਪਾਉ ਅਖਾਉਂਦਾ, ਇਹ ਕਿੰਨਾ ਧਨਤਾ ਦੇ ਯੋਗ ਹੈ। ਪੂਜਨ ਯੋਗ ਇਹੀ ਹਮ ਜਾਨਾ। ਪੂਜਨ ਯੋਗ ਮਤਲਬ ਉਹਦੀ ਪੂਜਾ ਨਹੀਂ ਕਰਨੀ, ਪੂਜਨ ਯੋਗ ਦਾ ਮਤਲਬ ਹੈ ਸਤਕਾਰ ਯੋਗ, ਰਿਸਪੈਕਟ ਯੋਗ। ਵੀ ਇਹ ਸਤਕਾਰ ਯੋਗ ਅਸਲ ਦੇ ਵਿੱਚ ਇਹ ਹੈ। ਤੇ ਅਸੀਂ ਜਿਸ ਸਮਾਜ ਵਿੱਚ ਰਹਿੰਦੇ ਹਾਂ, ਅਸੀਂ ਅਮੀਰ ਨੂੰ ਪੂਜਦੇ ਹਾਂ, ਗਰੀਬ ਨੂੰ ਨਹੀਂ ਪੂਜਦੇ। ਪੂਜਣ ਦਾ ਫਿਰ ਮਤਲਬ ਸਮਝ ਲਿਓ ਵੀ ਅਸੀਂ ਧਨਾੜ ਪੁਰਸ਼ਾਂ ਦਾ ਸਤਕਾਰ ਤੇ ਕਰਦੇ ਹਾਂ, ਪਰ ਗਰੀਬ ਦਾ ਸਤਕਾਰ ਕੋਈ ਕਰਦਾ ਹੈ। ਗਰੀਬ ਨਾਲ ਫੋਟੋ ਖਿਚਾਉਣ ਨੂੰ ਕੋਈ ਭਾਵਨਾ ਵਾਲਾ ਹੁੰਦਾ ਹੈ, ਨਹੀਂ ਤਾਂ ਅਮੀਰਾਂ ਨਾਲ ਫੋਟੋ ਖਿਚਾਉਣ ਨੂੰ ਤੇ ਬੰਦਾ ਭੱਜਿਆ ਫਿਰਦਾ ਹੈ, ਦੌੜਿਆ ਫਿਰਦਾ ਵੀ ਕਿਤੇ ਇਹਦੇ ਨਾਲ ਮੇਰੀ ਫੋਟੋ ਆ ਜਾਏ, ਇਹਦੇ ਨਾਲ। ਤੇ ਜੇ ਕੋਈ ਗਰੀਬ ਖਲੋਤਾ ਹੈ ਤੇ ਉਹਦੇ ਵੱਲ ਵੇਖਣ ਨੂੰ ਤਿਆਰ ਨਹੀਂ। ਰਾਹ ਜਾਂਦਿਆਂ ਜੇ ਕੋਈ ਧਨਾੜ 4 ਪੈਸੇ ਤੇ ਉੱਚੇ ਅਹੁਦੇ ਵਾਲਾ ਮਿਲ ਜਾਏ, ਉਹਦੇ ਅੱਗੇ ਤਾਂ ਹੱਥ ਜੋੜ ਕੇ ਕਹਿੰਦਾ ਵੀ ਚਲੋ ਗਲਤੀ ਹੋ ਗਈ। ਤੇ ਜੇ ਕਿਤੇ ਗਰੀਬ ਮਿਲ ਜਾਏ ਤੇ 4 ਚਪੇੜਾਂ ਉਹਦੇ ਲਾ ਕੇ ਕਹਿੰਦਾ ਤੈਨੂੰ ਦਿਸਦਾ ਨਹੀਂ। ਬੰਦੇ ਵਿੱਚ ਫਰਕ ਕਿਉਂ? ਕਿਉਂਕਿ ਇੱਕ ਗਰੀਬ ਹੈ ਤੇ ਇੱਕ ਅਮੀਰ ਹੈ। ਪਰ ਅਮੀਰੀ ਤੇ ਗਰੀਬੀ ਬਣਾਈ ਕਿਨੇ? 4 ਪੈਸਿਆਂ ਨੇ। ਪਰ ਰੱਬ ਜੀ ਨੇ ਜਦੋਂ ਜੀਵ ਪੈਦਾ ਕੀਤਾ ਤੇ ਦੋਵੇਂ ਇੱਕੋ ਜਿਹੇ ਨੇ, ਇੱਕੋ ਹੀ ਮਿੱਟੀ ਤੋਂ ਘੜੇ ਹੋਏ ਨੇ ਉਹ ਦੋਵੇਂ। ਪਰ ਅਮੀਰੀ ਤੇ ਗਰੀਬੀ ਇਹ 4 ਪੈਸਿਆਂ ਨੇ ਬਣਾ ਦਿੱਤੀ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ ਘਰ ਦੇ ਵਿੱਚ ਕੋਈ ਗਰੀਬ ਆਵੇ ਨਾ ਤੇ ਅਸੀਂ ਆਪਣੀ ਕੁਰਸੀ ਤੋਂ ਉੱਠਦੇ ਨਹੀਂ ਆ, ਅਸੀਂ ਬੈਠੇ ਰਹਿੰਦੇ ਹਾਂ ਟੌਰ ਨਾਲ, ਪਤਾ ਵੀ ਗਰੀਬ ਹੈ, ਮਾਮੂਲੀ ਜਾਂ ਇਨਸਾਨ ਹੈ। ਪਰ ਜੇ ਕਿਤੇ ਕੋਈ ਸ਼ਾਹੂਕਾਰ ਆ ਜਾਏ, ਕੋਈ 4 ਪੈਸਿਆਂ ਵਾਲਾ ਆ ਜਾਏ, ਆਪ ਉੱਠ ਕੇ ਦਰਵਾਜ਼ੇ ਤੇ ਜਾਂਦੇ ਆ। ਕਿਉਂ? ਕਿਉਂਕਿ ਇਹ 4 ਪੈਸਿਆਂ ਵਾਲਾ ਹੈ, ਇਹ ਸ਼ਾਹੂਕਾਰ ਹੈ। ਪਰ ਬੰਦਾ ਤੇ ਉਹ ਵੀ ਸੀ ਜਿਹੜਾ ਜਿਹਨੂੰ ਤੂੰ ਗਰੀਬ ਸਮਝ ਕੇ ਉੱਠਿਆ ਹੀ ਕੋਈ ਨਾ, ਕਿਉਂਕਿ ਇਹ ਜਿਹੜੇ 4 ਪੈਸੇ ਨੇ ਨਾ ਇਹ ਬੰਦੇ ਨੂੰ ਵੱਡਾ ਤੇ ਛੋਟਾ ਬਣਾ ਦਿੰਦੇ ਆ। ਪਰ ਗੁਰੂ ਸਾਹਿਬ ਕਹਿੰਦੇ ਇੱਥੇ ਅਮੀਰੀ ਤੇ ਗਰੀਬੀ ਬਾਹਰ ਦੀ ਨਹੀਂ ਵੇਖੀ ਜਾਂਦੀ, ਇੱਥੇ ਵੇਖਿਆ ਜਾਂਦਾ ਅੰਦਰ ਦੀ ਗਰੀਬੀ, ਅੰਦਰ ਦੀ ਨਿਮਰਤਾ, ਅੰਦਰ ਦਾ ਪਿਆਰ, ਅੰਦਰ ਦੀ ਭਾਵਨਾ ਵੇਖੀ ਜਾਣੀ ਹੈ। ਇਸ ਲਈ ਹੁਣ ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤ ਕਿੱਥੋਂ ਕੀਤੀ? ਜਦੋਂ ਸਫ਼ਰ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜਾਂਦੇ ਹੀ ਭਾਈ ਲਾਲੋ ਜੀ ਦੇ ਘਰ ਨੇ। ਤੇ ਭਾਈ ਲਾਲੋ ਜੀ ਨੂੰ ਅੱਜ ਇੰਨਾ ਉੱਚਾ ਆਸਣ ਦੇ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭਾਈ ਲਾਲੋ ਜੀ ਵੀ ਬੈਠੇ ਹੋਏ ਨੇ। ਔਰ ਜੇ ਕਿਸੇ ਦਾ ਨਾਮ ਸਭ ਤੋਂ ਵੱਧ ਆਇਆ ਤੇ ਉਹ ਭਾਈ ਲਾਲੋ ਜੀ ਨੇ। ਭਾਈ ਲਾਲੋ ਜੀ ਦਾ ਨਾਮ 7 ਵਾਰੀ ਆਉਂਦਾ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ। ਇੰਨੀ ਵੱਡੀ ਬਖਸ਼ਿਸ਼ ਮਹਾਰਾਜ ਨੇ ਦਿੱਤੀ। ਕਿਉਂ? ਕਿਉਂਕਿ ਅੰਦਰ ਦੀ ਵੀ ਗਰੀਬੀ ਸੀ ਤੇ ਬਾਹਰ ਦੀ ਵੀ ਗਰੀਬੀ ਸੀ। ਸਾਹਿਬ ਜੀ ਨੇ ਉਸ ਅੰਦਰ ਦੀ ਤੇ ਬਾਹਰ ਦੀ ਗਰੀਬੀ ਨੂੰ ਕੱਟ ਦਿੱਤਾ। ਇੱਥੇ ਮਹਾਰਾਜ ਨੇ ਹੱਥ ਵਿੱਚ ਉਹ ਛੋਟਾ ਬੱਟਾ ਪਕੜਿਆ। ਸਾਹਿਬ ਕਹਿੰਦੇ ਭਾਈ ਸਭ ਤੋਂ ਪੂਜਣ ਯੋਗ ਭਾਵ ਸਤਕਾਰ ਯੋਗ ਤਾਂ ਆਹ ਛੋਟਾ ਜਿਹਾ ਹੈ ਜਿਹੜਾ ਆਪਣੇ ਆਪ ਨੂੰ ਸ਼ੇਰ ਨਹੀਂ ਕਹਾਉਂਦਾ ਹੈ। ਸੁਨੋ ਕਾਨ ਦੇ ਕਰ ਮਰਦਾਨਾ। ਕਹਿੰਦੇ ਨੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕੀਤਾ। ਸਮਝਾਓ ਉਸ ਵਪਾਰੀ ਨੂੰ ਰਹੇ ਸਨ। ਗੁਰੂ ਸਾਹਿਬ ਨੇ ਨਿਮਰਤਾ ਤੇ ਪਿਆਰ ਵਾਲੀਆਂ ਗੱਲਾਂ ਭਾਈ ਮਰਦਾਨਾ ਜੀ ਨੂੰ ਸੰਬੋਧਨ ਕੀਤੀਆਂ, ਪਰ ਸਮਝਾ ਉਸ ਵਪਾਰੀ ਨੂੰ ਰਹੇ ਸਨ। ਇਸ ਵਿਦ ਬਚਨ ਵਪਾਰੀ ਸੁਨੇ। ਜਦੋਂ ਪਿਆਰ ਵਾਲੇ ਨਿਮਰਤਾ ਵਾਲੇ ਔਰ ਉਸ ਛੋਟੇ ਜਿਹੇ ਬੱਟੇ ਨੂੰ ਸਤਿਕਾਰ ਦੇਣ ਬਾਰੇ ਜਦੋਂ ਸੁਣਿਆ, ਕਹਿੰਦੇ ਇਸ ਵਪਾਰੀ ਨੇ ਸੁਣਦਿਆਂ ਹੀ ਪੂਰਨ ਸੰਤ ਹਿਰਦੈ ਮਹਿ ਗੁਨੇ। ਇਹਨੂੰ ਸਮਝ ਆ ਗਈ ਕਿ ਆ ਸਾਹਮਣੇ ਵਾਲਾ ਕੋਈ ਆਮ ਇਨਸਾਨ ਨਹੀਂ। ਜਦੋਂ ਇਦਾਂ ਦੀ ਗੱਲ ਆਵੇ ਨਾ ਤੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ, ਸਾਨੂੰ ਕਦੋਂ ਸਮਝ ਆਏਗੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਨੇ? ਸਾਨੂੰ ਕਦੋਂ ਸਮਝ ਆਏਗੀ ਕਿ ਬਾਣੀ ਗੁਰੂ ਗੁਰੂ ਹੈ ਬਾਣੀ? ਜਿਨ੍ਹਾਂ ਨੂੰ ਸਮਝ ਆਈ ਮੁਬਾਰਕ ਹੈ। ਜਨ ਨਾਨਕ ਧੂੜ ਮੰਗੈ ਤੇ ਗੁਰ ਸਿੱਖ ਕੀ। ਪਰ ਹਜੇ ਵੀ ਇੰਨਾ ਸਮਾਂ ਹੋ ਗਿਆ ਸਾਨੂੰ ਸਮਝ ਨਹੀਂ ਆ ਰਹੀ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਆਏ ਹਾਂ। ਗੁਰੂ ਗ੍ਰੰਥ ਸਾਹਿਬ ਜੀ ਕੀ ਨੇ? ਪਾਤਸ਼ਾਹਾਂ ਦੇ ਪਾਤਸ਼ਾਹ, ਚਵਰ ਛਤਰ ਤਖਤਾਂ ਦੇ ਮਾਲਕ ਨੇ ਉਹ, 10 ਪਾਤਸ਼ਾਹੀਆਂ ਦੀ ਜੋਤ ਨੇ ਉਹ। ਅਸੀਂ ਬਾਣੀ ਦਾ ਸਤਿਕਾਰ ਉਹਨਾਂ ਚਿਰ ਨਹੀਂ ਕਰ ਸਕਦੇ ਜਿੰਨਾ ਚਿਰ ਸਮਝ ਨਹੀਂ ਆਏਗੀ। ਇਹਨੂੰ ਸਮਝ ਆ ਗਈ। ਕਹਿਣ ਲੱਗੇ ਪੂਰਨ ਸੰਤ ਹਿਰਦੈ ਮੈਂ ਗੁਨੇ ਗੁਨੇ। ਮੈਨੇ ਵਿਚਾਰਿਆ ਕਿ ਇਹ ਕੋਈ ਆਮ ਨਹੀਂ, ਇਹ ਤੇ ਕੋਈ ਮਹਾਨ ਪੁਰਸ਼ ਹੈ। ਆਪਾ ਕੋਏ ਪਰਿਓ ਸ਼ਰਨਾਈ। ਆਪਣਾ ਆਪਾ ਉਸੇ ਵੇਲੇ ਖਤਮ ਕਰਕੇ ਸ਼ਰਨ ਵਿੱਚ ਪੈ ਗਿਆ। ਕਿਉਂਕਿ ਮਹਾਰਾਜ ਨੇ ਬੱਟੇ ਦੇ ਰਾਹੀਂ ਸਮਝਾਇਆ ਸੀ ਕਿ ਬਹੁਤਾ ਮਾਣ ਨਹੀਂ ਕਰੀਦਾ, ਹਉਮੈ ਹੰਕਾਰ ਨਹੀਂ ਕਰੀਦਾ। ਕਬੀਰ ਸਾਹਿਬ ਨੇ ਕਿੱਡੀ ਵੱਡੀ ਚੋੜ ਦਿੱਤੀ ਹੈ। ਕਹਿਣ ਲੱਗੇ ਧਨ ਜੋਬਨ ਕਾ ਗਰਬ ਨ ਕੀਜੈ ਕਾਗਜ਼ ਜਿਉਂ ਗਲ ਜਾਏਗਾ। ਜੋਬਨ ਦਾ ਤੇ ਧਨ ਦਾ ਕਦੇ ਮਾਣ ਨਾ ਕਰੋ। ਜਿਵੇਂ ਪਾਣੀ ਦੀ ਇੱਕ ਬੂੰਦ ਕਾਗਜ਼ ਨੂੰ ਗਾਲ ਦਿੰਦੀ ਆ ਨਾ, ਬਸ ਇੰਨਾ ਕੁ ਸਮਾਂ ਲੱਗਣਾ। ਇਹ ਧਨ ਤੇ ਜੋਬਨ ਨੂੰ ਅਲੱਗ ਹੁੰਦੇ ਆ। ਇਹਦਾ ਮਾਣ ਹੰਕਾਰ ਨਾ ਕਰੀਏ ਕਦੇ ਵੀ। ਇੱਥੇ ਕਹਿੰਦੇ ਉਸੇ ਵੇਲੇ ਇਹਨੇ ਆਪਣਾ ਆਪਾ ਅੰਦਰੋਂ ਮਿਟਾ ਗੁਰੂ ਸਾਹਿਬ ਦੀ ਸ਼ਰਨ ਵਿੱਚ ਭਾਵ ਚਰਨਾਂ 'ਚ ਪੈ ਗਿਆ। ਵਿਸ਼ੈ ਬਾਸ਼ਨਾ ਸਰਬ ਗਵਾਈ। ਅੰਦਰੋਂ ਜੋ ਵਾਸ਼ਨਾਵਾਂ ਸੀ ਸਭ ਖਤਮ ਹੋ ਗਈਆਂ। ਤਰਿਓ ਚਰਨ ਪਰ ਸਿਰ ਹਵਦੀਨੰ। ਕਹਿੰਦੇ ਜਦੋਂ ਇਹਨੇ ਆਪਣਾ ਸੀਸ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਧਰ ਦਿੱਤਾ, ਪਰਿਓ ਰਹਿਓ ਨਾ ਉਠਾਵਨ ਕੀਨੰ। ਇੰਨੇ ਪਿਆਰ ਨਾਲ ਅੰਦਰੋਂ ਭਿੱਜ ਗਿਆ ਸੀ ਕਿ ਸੀਸ ਗੁਰੂ ਸਾਹਿਬ ਦੇ ਚਰਨਾਂ 'ਚ ਪਿਆ, ਪਰ ਉੱਠਿਆ ਕੋਈ ਨਹੀਂ, ਉਠਾਵਨ ਨਹੀਂ ਕੀਤਾ। ਭਾਵ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਸੀਸ ਜਿਹੜਾ ਸੀ ਰੱਖ ਕੇ ਉਸੇ ਤਰ੍ਹਾਂ ਉਸੇ ਅਵਸਥਾ ਵਿੱਚ ਪਿਆ ਰਿਹਾ। ਦੇਖ ਦੀਨਤਾ ਤੈ ਜਗਨਾਥਾ। ਜਗਤ ਦੇ ਨਾਥ ਗੁਰੂ ਸਾਹਿਬ ਜੀ ਨੇ ਇਹਦੀ ਅੰਦਰ ਦੀ ਦੀਨਤਾ ਨਿਮਰਤਾ ਨੂੰ ਵੇਖਦਿਆਂ ਹੋਇਆਂ ਸਿਰ ਪਰ ਤਰਿਓ ਕਮਲ ਸਮ ਹੱਥਾ। ਆਪਣਾ ਮਿਹਰ ਦਾ ਹੱਥ ਇਹਦੇ ਸਿਰ ਦੇ ਉੱਤੇ ਰੱਖਿਆ ਹੈ। ਜਗਿਓ ਗਿਆਨ ਦੁਬਿਧਾ ਸਭ ਖੋਈ। ਜਦੋਂ ਹੀ ਸਿਰ ਤੇ ਹੱਥ ਰੱਖਿਆ ਤੇ ਅੰਦਰੋਂ ਦੁਬਦਾ ਨਾਸ਼ ਹੋ ਗਈ, ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਤੀਨ ਲੋਕ ਕੀ ਸ਼ੁੱਧ ਔਰ ਹੋਈ। ਜਦੋਂ
ਅੰਦਰ ਗਿਆਨ ਹੋ ਗਿਆ, ਪ੍ਰਕਾਸ਼ ਹੋ ਗਿਆ, ਤਿੰਨਾਂ ਲੋਕਾਂ ਦੀ ਸਮਝ ਆ ਗਈ ਹੈ। जब बाले के अस कही व्यापारी की गाथ। ਹੁਣ ਬੜੇ ਧਿਆਨ ਨਾਲ ਇਕਾਗਰਤਾ ਨਾਲ ਸੁਣਿਓ, ਭਾਵੇਂ ਇੱਥੇ ਬੈਠੇ ਹੋ ਭਾਵੇਂ ਘਰਾਂ 'ਚ ਬੈਠ ਕੇ ਸੁਣਦੇ ਹੋ, ਗੱਲ ਅਗਲੀ ਜਿਹੜੀ ਆ ਫਿਰ ਸਮਝ ਆਉਣੀ ਹੈ। ਜਦੋਂ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਖਡੂਰ ਸਾਹਿਬ ਦੇ ਅਸਥਾਨ ਤੇ ਇੰਨੀ ਇਤਿਹਾਸ ਦੀ ਗੱਲ ਸੁਣਾਈ ਹੈ। तत छिन प्राप्त ज्ञान पा बाले के अस घात। ਕਹਿੰਦੇ ਜਦੋਂ ਭਾਈ ਬਾਲਾ ਜੀ ਦੇ ਕਹਿਣ ਮੁਤਾਬਕ ਕਿ ਉਹ ਆਇਆ, ਗੁਰੂ ਸਾਹਿਬ ਨੇ ਵੱਟਾ ਚੁੱਕਿਆ, ਦੋ ਬੋਲ ਉਹਨੂੰ ਬੋਲੇ ਨੇ, ਬਸ ਉਸੇ ਵੇਲੇ ਚਰਨੀ ਪੈ ਗਿਆ, ਅੰਦਰ ਗਿਆਨ ਹੋ ਗਿਆ, ਤ੍ਰੈ ਗੁਣੀ ਮਾਇਆ ਦੀ ਸਮਝ ਆ ਗਈ, ਥੋੜੇ ਸਮੇਂ 'ਚ ਇੰਨਾ ਗਿਆਨ ਹੋ ਗਿਆ। तत छिन प्राप्त ज्ञान पा परसे प्रभ के हाथ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਤੇ ਜਿੰਨੀਆਂ ਤੁਹਾਡੇ ਮਨਾਂ ਵਿੱਚ ਵੀ ਆਏਗਾ ਵੀ ਸਾਨੂੰ ਇੰਨੇ ਸਾਲ ਹੋ ਗਏ ਇੱਥੇ ਆਉਂਦਿਆਂ, ਸਾਨੂੰ ਤੇ ਅਜੇ ਕਿਰਪਾ ਹੋਈ ਨਹੀਂ, ਤੇ ਉਹਨੂੰ ਆਉਂਦਿਆਂ ਸਾਰੀ ਇਹ ਕਿਰਪਾ ਹੋ ਗਈ ਹੈ ਕਿਵੇਂ? ਹੁਣ ਸਾਰਿਆਂ ਦੇ ਮਨਾਂ ਵਿੱਚ ਇਹ ਸਵਾਲ ਹੈ। तब श्री अंगद बोले बानी। ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਬੋਲੇ ਹਨ, ए बाले ए कहो कहानी। ਕਹਿੰਦੇ ਭਾਈ ਬਾਲਿਆ ਇਹ ਕਹਾਣੀ ਸਮਝ ਨਹੀਂ ਆਈ, ਅਧੂਰੀ ਹੈ ਇਹ ਗੱਲ, ਪੂਰੀ ਗੱਲ ਦੱਸ ਸਾਨੂੰ ਵੀ ਇਹ ਸਾਰੀ ਕਿਰਪਾ ਹੋਈ ਕਿਵੇਂ ਹੈ। इन व्यापारी तत छिन पाई। ਉਹ ਵਪਾਰੀ ਗਲੀਆਂ 'ਚ ਹੋਕਾ ਦੇਣ ਵਾਲਾ, ਆਵਾਜ਼ਾਂ ਦੇਣ ਵਾਲਾ, ਤੇ ਤਤ ਛਿਨ ਉਹਦੇ ਤੇ ਇੰਨੀ ਵੱਡੀ ਕਿਰਪਾ ਕਿਵੇਂ ਹੋ ਗਈ? अस चिर काल न सेव कमाई। ਉਹਨੇ ਕੋਈ ਸੇਵਾ ਨਹੀਂ ਕਮਾਈ, ਕੋਈ ਜ਼ਿਕਰ ਨਹੀਂ ਆਇਆ ਹੁਣ ਤੱਕ, ਕੋਈ ਉਹਨੇ ਸਿਮਰਨ ਨਹੀਂ ਕੀਤਾ, ਕੋਈ ਉਹਨੇ ਸੇਵਾ ਨਹੀਂ ਕਮਾਈ, ਕਿਉਂਕਿ ਹੁਣ ਤੱਕ ਦੇ ਇਤਿਹਾਸ ਵਿੱਚ ਤਾਂ ਇਹ ਗੱਲ ਆਈ ਨਹੀਂ। ਉਹ ਵਪਾਰੀ ਸੀ, ਵਪਾਰ ਕਰਦਿਆਂ ਮਿਲਿਆ ਤੇ ਗੁਰੂ ਸਾਹਿਬ ਨਾਲ ਬਚਨ ਹੋਏ, ਇਸ ਲਈ ਪੂਰੀ ਗੱਲ ਦੱਸਣਾ ਕਰੋ। होरन कीन शब्द अभ्यासा। ਕਹਿੰਦੇ ਥੋੜੇ ਸਮੇਂ 'ਚ ਇੰਨਾ ਸ਼ਬਦ ਦਾ ਅਭਿਆਸ ਕਿਵੇਂ ਕਰ ਲਿਆ ज्ञानी पयो पाए सुख रसा। ਜੇ ਉਹਨੂੰ ਗਿਆਨ ਵੀ ਹੋ ਗਿਆ ਤੇ ਸੁੱਖਾਂ ਦਾ ਖਜ਼ਾਨਾ ਵੀ ਮਿਲ ਗਿਆ। बाले ने तब बचन उचारे। ਫਿਰ ਭਾਈ ਬਾਲਾ ਜੀ ਅੱਗੋਂ ਬੋਲਦੇ ਹਨ, सुन अंगद श्री नानक प्यारे। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿਆਰੇ, ਧੰਨ ਗੁਰੂ ਅੰਗਦ ਸਾਹਿਬ ਜੀ ਸੁਣਨਾ ਕਰੋ। मैं भोजन कीने प्रभ तब ही। ਇਹ ਗੱਲ, ਇਹ ਸਵਾਲ ਮੇਰੇ ਮਨ ਵਿੱਚ ਵੀ ਸੀ ਵੀ ਅਸੀਂ ਇੰਨੇ ਚਿਰ ਤੋਂ ਨਾਲ ਆ, ਪਰ ਜਿਹੜੀ ਕਿਰਪਾ ਇਹਨੇ ਲੈ ਲਈ ਸਾਨੂੰ ਨਹੀਂ ਮਿਲੀ ਅਜੇ। ਕਹਿੰਦੇ ਮੈਂ ਵੀ ਇਹ ਗੱਲ ਪੁੱਛੀ ਸੀ ऐ पुर खुशी कीन प्रभ जब ही। ਕਿ हे ਸਤਿਗੁਰੂ ਜੀ, ਐਡੀ ਵੱਡੀ ਖੁਸ਼ੀ ਇਸ ਵਪਾਰੀ ਤੇ ਕਿਵੇਂ ਕੀਤੀ ਹੈ? मुझ सो जैसे बचन उचारे। ਅੱਗੋਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਜੋ ਮੇਰੇ ਸਨਮੁਖ ਮੇਰੇ ਨਾਲ ਉਹ ਬਚਨ ਸਾਂਝੇ ਕੀਤੇ, सो मैं कहे हो पास तुम्हारे। ਜੋ ਮੈਨੂੰ ਜਵਾਬ ਗੁਰੂ ਨਾਨਕ ਸਾਹਿਬ ਨੇ ਦਿੱਤਾ, ਉਹ ਜਵਾਬ ਹੁਣ ਮੈਂ ਆਪ ਜੀ ਨੂੰ ਦੱਸਦਾ, ਭਾਵ ਉਹ ਬੋਲ ਸੁਣਾਉਂਦਾ ਹਾਂ। पूर्व समा पुन इस केरे। ਕਹਿੰਦੇ ਜਿਹੜਾ ਇਹਦਾ ਪੂਰਬ ਪਿਛਲਾ ਸਮਾਂ ਸੀ ਜ਼ਿੰਦਗੀ ਦਾ, ਜੋ ਪਿਛਲਾ ਸਮਾਂ ਇਹਦਾ ਬਤੀਤ ਹੋਇਆ ਹੈ, मिल सत संगत कीन कन्हेरे। ਇਹਨੇ ਬਹੁਤ ਸਤ ਸੰਗਤ ਕੀਤੀ ਹੈ, ਸਤ ਸੰਗਤ ਕਰਕੇ ਪਰਮੇਸ਼ਵਰ ਦਾ ਨਾਮ ਸਿਮਰਿਆ ਹੈ। कारज पयो सिद्ध अर आगू। ਕਹਿੰਦੇ ਜਿਹੜੀ ਇਹਨੇ ਸਤ ਸੰਗਤ ਕਰਕੇ ਨਾਮ ਦੀ ਕਮਾਈ ਕੀਤੀ ਹੈ ਨਾ, ਬਸ ਹੁਣ ਇੱਕ ਮਿਲਾਪ ਗੁਰੂ ਦਾ ਚਾਹੀਦਾ ਸੀ। ਗੱਲ ਨੂੰ ਸਮਝਿਓ, ਆਪਣਾ ਨਿਤਨੇਮ ਇੰਨਾ ਪਿਆਰ ਨਾਲ ਭਿੱਜ ਕੇ ਕਰੋ ਕਿ ਬਸ ਇੱਕ ਗੁਰੂ ਸਾਹਿਬ ਦਾ ਮੇਲ ਹੀ ਬਾਕੀ ਰਹਿ ਜਾਏ, ਤੇ ਜਦੋਂ ਗੁਰੂ ਸਾਹਿਬ ਦਾ ਮੇਲ ਹੋਵੇ ਤੇ ਪ੍ਰਕਾਸ਼ ਹੋ ਜਾਏ, ਬਖਸ਼ਿਸ਼ ਹੋ ਜਾਏ। ਇੰਨੇ ਪਿਆਰ ਨਾਲ ਭਿੱਜ ਕੇ ਨਿਤਨੇਮ ਅਸੀਂ ਕਰੀਏ, ਕਿਉਂਕਿ ਸਭ ਤੋਂ ਪਹਿਲਾਂ ਤੇ ਕਮਜ਼ੋਰੀ ਨਿਤਨੇਮ ਤੋਂ ਹੋਏ ਪਏ ਆ। ਬਸ ਦੌੜ ਭੱਜ ਵਿੱਚ ਹੀ ਨਿਤਨੇਮ ਹੁੰਦਾ, ਪਤਾ ਹੀ ਨਹੀਂ ਲੱਗਦਾ ਜਪਜੀ ਸਾਹਿਬ ਕਦੋਂ ਹੋ ਗਿਆ। ਦੌੜ ਭੱਜ ਵਿੱਚ ਪਤਾ ਹੀ ਨਹੀਂ ਲੱਗਦਾ, ਧਿਆਨ ਕੰਮਾਂ ਕਾਜਾਂ ਵਿੱਚ ਹੁੰਦਾ, ਧਿਆਨ ਇੱਧਰ ਖਾਣ ਪੀਣ ਨਹਾਉਣ ਵਿੱਚ ਹੁੰਦਾ, ਤੇ ਪਤਾ ਹੀ ਨਹੀਂ ਲੱਗਦਾ ਸੋਦਰ ਦੀ ਬਾਣੀ ਕਦੋਂ ਪੜ੍ਹ ਲਈ। ਅਸੀਂ ਇੱਥੇ ਬਹੁਤ ਕਮਜ਼ੋਰ ਹੋ ਚੁੱਕੇ ਹਾਂ। ਆਪਣਾ ਨਿਤਨੇਮ ਅਸੀਂ ਭਾਵਨਾ ਨਾਲ ਭਿੱਜ ਕੇ ਨਿਭਾਈਏ, ਬਖਸ਼ਿਸ਼ ਗੁਰੂ ਦੇ ਮਿਲਾਪ ਦੀ ਹੋ ਜਾਣੀ ਆ। ਮਹਾਰਾਜ ਕਹਿੰਦੇ ਸਤਸੰਗ ਇਹਨੇ ਕੀਤੀ ਹੋਈ ਹੈ, ਨਾਮ ਇਹਨੇ ਸਿਮਰਿਆ ਹੋਇਆ, ਬਸ ਇੱਕ ਮੇਲ ਬਾਕੀ ਸੀ। मिलनो चाहत एक सुभागु। ਇਹਦੇ ਅੰਦਰ ਇੱਕ ਚਾਹਤ ਸੀ, ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਬਿਲਪ ਕਰੇ, ਚਾਤਰ ਕੀ ਨਿਆਈ, ਉਹ ਮਨ ਦਾ ਵਿਰਲਾਪ ਲੈ ਕੇ ਤੁਰਿਆ ਹੋਇਆ ਸੀ। दीपक बाती तेल युत पावक लावन देर। ਬੜੇ ਕਮਾਲ ਦੀ ਗੱਲ ਮਹਾਰਾਜ ਨੇ ਕਹਿੰਦੇ। ਮਹਾਰਾਜ ਕਹਿੰਦੇ ਦੀਵੇ ਵਿੱਚ ਤੇਲ ਪੈ ਗਿਆ, ਬੱਤੀ ਉਹਦੇ ਵਿੱਚ ਲਗਾ ਦਿੱਤੀ, ਫਿਰ ਦੇਰੀ ਕਾਦੀ ਹੁੰਦੀ ਹੈ ਜਗਣ ਦੀ? ਬਸ ਪਾਵਕ ਅੱਗ ਬਾਲਣ ਦੀ ਦੇਰੀ ਹੈ, ਦੀਵਾ ਜਗ ਪੈਂਦਾ ਹੈ। ਅਸੀਂ ਕੀ ਕਰਨਾ ਹੈ? ਅਸੀਂ ਦੀਵਾ, ਤੇਲ ਤੇ ਬੱਤੀ ਤੇ ਦਾ ਪ੍ਰਬੰਧ ਕਰਨਾ ਹੈ। ਮਾੜਾ ਜਿਹਾ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਦੀਵਾ ਬਲ ਗਿਆ, ਤੇ ਦੀਵਾ ਬਾਹਰ ਦਾ ਨਹੀਂ, ਅੰਧਿਆਰਾ ਦੀਪਕ ਚਾਹੀਏ। ਅੰਦਰੋਂ ਹਨੇਰੇ ਵਿੱਚ ਦੀਵਾ ਗਿਆਨ ਦਾ, ਅੰਦਰੋਂ ਆ ਦੀਵਾ ਹੈ ਸਰੀਰ, ਆ ਮਿੱਟੀ ਹੈ ਨਾ ਸਰੀਰ, ਇਹ ਦੀਵਾ ਹੈ। ਇਹਦੇ ਵਿੱਚ ਤੁਸੀਂ ਗੁਰਬਾਣੀ ਦਾ ਤੇਲ ਔਰ ਗੁਰਬਾਣੀ ਦਾ ਉਹ ਬੱਤੀ ਜਿਹੜੀ ਆ ਉਹ ਬਣਾਓ ਨਿਤਨੇਮ ਦੀ ਅੰਦਰ, ਤੇ ਜਦੋਂ ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ, ਦੀਵਾ ਅੰਦਰ ਦਾ ਜਗ ਪੈਣਾ, ਅੰਦਰ ਪ੍ਰੇਮ ਦਾ ਜਗ ਲਾਓ। ਇਸ ਲਈ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਦੋਂ ਤੇਲ ਔਰ ਬੱਤੀ ਦਾ ਸੁਮੇਲ ਹੋ ਜਾਏ ਤੇ ਮਾੜੀ ਜੀ ਅੱਗ ਦੀ ਚੰਗਿਆੜੀ ਲਾਉਣ ਦੀ ਦੇਰ ਹੁੰਦੀ ਹੈ, ਉਹ ਦੀਵਾ ਬਲ ਪੈਂਦਾ ਹੈ। होए रोशनी तुरत मिलतो कोई हेर। ਸਾਹਿਬ ਕਹਿੰਦੇ ਉਸੇ ਵੇਲੇ ਰੋਸ਼ਨੀ ਹੋ ਜਾਂਦੀ ਹੈ। ਜਦੋਂ ਮਾੜੀ ਜੀ ਕਿਤੇ ਦੀਵੇ ਦੀ ਉਸ ਬੱਤੀ ਨੂੰ ਅਗਨੀ ਦੇ ਦਈਏ, ਉਸੇ ਵੇਲੇ ਰੋਸ਼ਨੀ ਹੋ ਜਾਂਦੀ ਹੈ। सुनत युक्त हृदय हर खाने। ਬਸ ਇਹਦੇ ਅੰਦਰ ਵੀ ਕਹਿੰਦੇ ਨਿਤਨੇਮ ਦੀ, ਸੰਗਤ ਦੀ, ਸੇਵਾ ਸਿਮਰਨ ਦੀ ਤਿਆਰੀ ਹੋਈ ਪਈ ਸੀ। ਬਸ ਸਾਡਾ ਆਮੋ ਸਾਹਮਣਾ ਹੀ ਬਾਕੀ ਸੀ। ਜਦੋਂ ਆਮੋ ਸਾਹਮਣਾ ਹੋਇਆ, ਇਹਨੇ ਚਰਨਾਂ ਵਿੱਚ ਸੀਸ ਰੱਖਿਆ, ਅੰਦਰ ਦੀਵਾ ਬਲ ਪਿਆ, ਅੰਦਰ ਰੋਸ਼ਨੀ ਹੋ ਗਈ। ਔਰ ਇਹ ਜਿਹੜੀ ਰੋਸ਼ਨੀ ਹੈ, ਇਹ ਬਾਹਰ ਦੇ ਦੀਵੇ ਤੇ ਬਾਹਰ ਦੇ ਸੂਰਜ ਕਰਕੇ ਨਹੀਂ ਗੱਲ ਬਣਨੀ, ਇਹ ਗੁਰੂ ਦੀ ਕਿਰਪਾ ਨਾਲ ਅੰਦਰ ਦਾ ਦੀਵਾ ਜਗਣਾ। ਜੇ ਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਮਹਾਰਾਜ ਕਹਿੰਦੇ ਇਹ ਸਤ ਸੰਗੀ ਹੈ, ਇਹ ਨਾਮ ਦਾ ਅਭਿਆਸੀ ਹੈ, ਇਹ ਸੇਵਾ ਵਿੱਚ ਜੁੜਨ ਵਾਲਾ ਹੈ। ਇੱਕ ਤੜਪ ਲੈ ਕੇ ਅੰਦਰ ਚੱਲਿਆ ਸੀ ਕਿ ਕਦੋਂ ਗੁਰੂ ਸਾਹਿਬ ਜੀ ਦਾ ਮੇਲ ਹੋਵੇ ਤੇ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ, ਵਿਨਾਸ਼ ਅੰਦਰ ਦਾ ਹਨੇਰਾ ਹੀ ਅੰਦਰੋਂ ਖਤਮ ਕਰ ਦਿੱਤਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਵੀ ਤਾਂ ਇਹਦੇ ਤੇ ਤਤਕਾਲ ਬਖਸ਼ਿਸ਼ ਹੋਈ ਹੈ, ਤਾਂ ਇੰਨੇ ਥੋੜੇ ਸਮੇਂ ਵਿੱਚ ਇਹਨੇ ਇੰਨੀ ਕਿਰਪਾ ਹਾਸਲ ਕਰ ਲਈ ਹੈ। ਜਦੋਂ ਇਹ ਬਚਨ ਸਾਰਿਆਂ ਨੇ ਸੁਣੇ, ਕਹਿੰਦੇ ਬਹੁਤ ਪ੍ਰਸੰਨ ਹੋਏ ਹਨ। उन्हें कथा सुनही दे काने। ਤੇ ਜਦੋਂ ਇਹ ਕਥਾ ਸਾਰੀ ਗੁਰੂ ਅੰਗਦ ਸਾਹਿਬ ਜੀ ਦੇ ਸਮੇਤ ਜਿੰਨੇ ਵੀ ਖਡੂਰ ਸਾਹਿਬ ਸਤ ਸੰਗੀ ਬੈਠੇ ਨੇ, ਜਦੋਂ ਸਾਰਿਆਂ ਨੇ ਕਾਨੀ ਦਾ ਅਰਥ ਧਿਆਨ ਲਾ ਕੇ ਸੁਣਿਆ ਹੈ, श्री अंगद सुने गुर गाथा। ਕਹਿੰਦੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਵੀ ਗੁਰੂ ਸਾਹਿਬ ਜੀ ਦੀ ਇਹ ਗਾਥਾ ਨੂੰ ਸੁਣਿਆ ਹੈ। देखो ऐसे कीन सुना था। ਤਾਂ ਇੰਨੇ ਕੋ ਸਮੇਂ ਵਿੱਚ ਏਡੀ ਵੱਡੀ ਕਿਰਪਾ ਇਸ ਵਪਾਰੀ ਉੱਤੇ ਕਰ ਦਿੱਤੀ। ਅਸਲ ਵਿੱਚ ਇਹ ਬਾਹਰ ਦਾ ਵਪਾਰ ਨਹੀਂ ਸੀ, ਇਹ ਤੇ ਤਾਂ ਹੋਕਾ ਗਲੀਆਂ ਵਿੱਚ ਦਿੰਦਾ ਸੀ ਵੀ ਪਤਾ ਨਹੀਂ ਕਿਹੜੀ ਗਲੀ, ਕਿਹੜੇ ਮੋੜ ਉੱਤੇ ਮੇਰੇ ਸਤਿਗੁਰੂ ਜੀ ਦਾ ਦੀਦਾਰ ਹੋ ਜਾਏ, ਕਿਹੜੇ ਮੋੜ ਤੇ ਮੇਰੇ ਸਤਿਗੁਰੂ ਜੀ ਦਾ ਦਰਸ਼ਨ ਹੋ ਜਾਏ। ਇਹ ਤਾਂ ਬਾਹਰ ਦਾ ਵਪਾਰੀ ਤਾਂ ਬਣਿਆ ਸੀ, ਕਿਉਂਕਿ ਵਪਾਰ ਤਾਂ ਅੰਦਰ ਦੀ ਸਮਝ ਆ ਗਈ। ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸੰਭਾਲ, ਤੈਸੀ ਵਸਤ ਵੈਸਾਹੀ ਹੈ ਜੈਸੀ ਨਿਭ ਹੈ ਨਾਲ। ਅੰਦਰ ਦਾ ਵਪਾਰ ਇਹਨੇ ਕੀਤਾ ਸੀ, ਤਾਂ ਇਹਦੇ ਉੱਤੇ ਏਡੀ ਵੱਡੀ ਕਿਰਪਾ ਹੋ ਗਈ ਹੈ। गमन कीन पुन गुण गन खानी। ਅੱਗੋਂ ਫਿਰ ਗੁਰੂ ਅੰਗਦ ਸਾਹਿਬ ਜੀ ਨੇ ਪੁੱਛਿਆ ਫਿਰ ਭਾਈ ਬਾਲਾ ਜੀ ਉਸ ਤੋਂ ਬਾਅਦ, ਕਹਿੰਦੇ ਫਿਰ ਮਹਾਰਾਜ ਨੇ ਉਸ ਵਪਾਰੀ ਨੂੰ ਨਿਵਾਜਿਆ, ਕਿਉਂਕਿ ਉਹ ਬਾਹਰ ਸਾਨੂੰ ਜਿਹੜੇ ਵਿੱਚੋਂ ਗੁਣ ਸਿੱਖਿਆਵਾਂ ਮਿਲਦੀਆਂ ਨੇ ਉਹਨੂੰ ਗ੍ਰਹਿਣ ਵੀ ਕਰਨਾ ਹੈ, ਤੇ ਗ੍ਰਹਿਣ ਕਰਕੇ ਅਰਦਾਸ ਕਰੀਏ, ਮਹਾਰਾਜ ਸਾਡੇ ਅੰਦਰ ਦਾ ਦੀਵਾ ਕਦੋਂ ਜਗੇਗਾ, ਸਾਡੇ ਅੰਦਰ ਰੋਸ਼ਨੀ ਕਦੋਂ ਹੋਏਗੀ, ਸਾਡੇ ਅੰਦਰ ਪ੍ਰਕਾਸ਼ ਕਦੋਂ ਹੋਏਗਾ। ਜਾਂ ਅਸੀਂ ਰੋਜ਼ ਨਿਤਨੇਮ ਕਰ ਰਹੇ ਹਾਂ, ਸੰਗਤ ਕਰ ਰਹੇ ਹਾਂ, ਕਥਾ ਕੀਰਤਨ ਨਾਲ ਜੁੜ ਰਹੇ ਹਾਂ, ਸਾਡੇ ਅੰਦਰ ਭਗਤੀ ਦਾ ਜਾਗ ਕਦੋਂ ਲੱਗੇਗਾ। ਇਹ ਕਿਰਪਾ ਸਾਡੇ ਤੇ ਕਰ ਦਿਓ, ਅਸੀਂ ਤੁਹਾਡੇ ਦਰ ਤੇ ਆਏ ਹਾਂ। ਆਪਣੀ ਭਗਤੀ ਲਾਏ
ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ ਪਰਿਆ ਤਉ ਸ਼ਰਨਾਏ ਪਰਿਆ ਤਉ ਸ਼ਰਨਾਏ ਪਰਿਆ ਤਉ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਇਹ ਅਰਦਾਸ ਕਰੀਏ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਨਾਮ ਦੇ ਰੰਗ ਵਿੱਚ ਰੰਗਣ ਦਾ ਯਤਨ ਕਰੀਏ ਨਿਤਨੇਮੀ ਬਣੀਏ ਅੰਮ੍ਰਿਤ ਦੀਆਂ ਦਾਤਾਂ ਲੈ ਕੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦਿਆਂ ਲੋਕ ਸੁਖੀਏ ਪਰਲੋਕ ਸੋਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ ਅੱਜ ਦੀ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ ਮਿਹਰ ਦਾ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।